ਹੋਰ ਵੀ ਵੱਧ ਤੋਂ ਵੱਧ ਜਿੰਨੀ ਬਾਣੀ ਪੜੋ, ਸ਼ੁੱਧ ਵਿਚਾਰ ਕਰਕੇ, ਸੰਥਿਆ ਲੈ ਕਰਕੇ ਸ਼ੁੱਧ ਬਾਣੀ ਪੜ੍ਹਨੀ, ਕਿਉਂਕਿ ਸ਼ੁੱਧ ਬਾਣੀ ਪੜ੍ਹਨ ਦਾ ਬਹੁਤ ਭਾਰੀ ਫਲ ਹੈ, ਦੱਸਿਆ ਨਹੀਂ ਜਾ ਸਕਦਾ। ਗਲਤ ਬਾਣੀ ਪੜ੍ਹਦੇ ਆ ਸਤ ਸੰਗਤ ਜੀ, ਉਸ ਦਾ ਫਲ ਪੂਰਾ ਨਹੀਂ ਪ੍ਰਾਪਤ ਹੁੰਦਾ। ਇਸ ਕਰਕੇ ਸ਼ੁੱਧ ਵਿਚਾਰ ਕਰਕੇ ਬਾਣੀ ਦਾ ਪਾਠ ਕਰਨਾ, ਕਿਸੇ ਅੰਮ੍ਰਿਤਧਾਰੀ ਸਿੰਘ ਕੋਲੋਂ ਸੰਥਿਆ ਲੈ ਕਰਕੇ ਬਾਣੀ ਦਾ ਨਿਤਨੇਮ ਰੋਜ਼ਾਨਾ ਨਿਯਮ ਨਾਲ ਕਰਨਾ। ਅੰਮ੍ਰਿਤ ਵੇਲੇ ਦੀਆਂ 5 ਬਾਣੀਆਂ, ਸ਼ਾਮ ਨੂੰ ਰਹਿਰਾਸ, ਰਾਤ ਨੂੰ ਕੀਰਤਨ ਸੁਝਾ। ਹੋਰ ਜਿੰਨੀ ਵੀ ਵੱਧ ਤੋਂ ਵੱਧ ਬਾਣੀ ਪੜ੍ਹੀ ਜਾਵੇ ਇਹਦਾ ਲਾਭ ਹੀ ਲਾਭ ਹੈ। ਜਿਹੜੇ ਬਾਣੀ ਪੜ੍ਹਨਾ ਨਹੀਂ ਜਾਣਦੇ ਉਹਨਾਂ ਨੇ ਸਵਾ ਘੰਟਾ ਸਵੇਰੇ, ਸਵਾ ਸ਼ਾਮ ਨੂੰ ਵਾਹਿਗੁਰੂ ਮੰਤਰ ਦਾ ਜਾਂ ਮੂਲ ਮੰਤਰ ਦਾ ਜਾਪ ਕਰਨਾ। ਇਸ ਪ੍ਰਕਾਰ ਸਤ ਸੰਗਤ ਜੀ, ਵਾਹਿਗੁਰੂ ਸ਼ੁੱਧ ਉਚਾਰਨ ਕਰਨਾ, ਵੈਗੁਰੂ ਜਾਂ ਵਾਹਿਗੁਰੂ ਸ਼ਬਦ ਨਹੀਂ ਕਹਿਣਾ, ਵਾਹਿਗੁਰੂ ਇੰਨੀ ਕੁ ਸੁਰ ਨਾਲ ਜਪਣਾ ਜੋ ਆਪਣੇ ਕੰਨਾਂ ਨੂੰ ਸੁਣਾਈ ਦੇਵੇ। ਨਿਯਮ ਦੇ ਨਾਲ ਸਵਾ ਘੰਟਾ ਸਵੇਰੇ, ਸਵਾ ਸ਼ਾਮ ਨੂੰ ਇਹ ਜਪਣਾ। ਵੱਧ ਜਿੰਨਾ ਵੀ ਹੋ ਸਕੇ ਚੰਗਾ ਹੈ। ਨਿਯਮ ਨਾਲ ਇੰਨਾ ਜਾਪ ਜ਼ਰੂਰ ਕਰਨਾ। ਸੋ ਸਤ ਸੰਗਤ ਜੀ, ਮੂਲ ਮੰਤਰ ਨਾਨਕ ਹੋਸੀ ਭੀ ਸੱਚ ਤੱਕ ਜਿਵੇਂ ਆਪ ਜੀ ਨੇ ਨਾਮ ਦ੍ਰਿੜ ਕੀਤਾ ਹੈ, ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਪੂਰਾ ਮੂਲ ਮੰਤਰ ਦਾ ਜਾਪ ਕਰਨਾ। ਗੁਰਪ੍ਰਸਾਦ ਤੱਕ ਮਹਾ ਮੰਤਰ ਹੈ। ਕਈ ਜਥੇਬੰਦੀਆਂ ਗੁਰਪ੍ਰਸਾਦ ਤੱਕ ਮੂਲ ਮੰਤਰ ਕਹਿ ਕੇ ਜਪਾਉਂਦੀਆਂ ਨੇ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਾਨਕ ਹੋਸੀ ਭੀ ਸੱਚ ਤੱਕ ਮੂਲ ਮੰਤਰ ਬਖਸ਼ਿਸ਼ ਕੀਤਾ, ਜਿਸ ਦੀਆਂ ਇਤਿਹਾਸਕ ਗਵਾਹੀਆਂ ਮਿਲਦੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਦਰਵਾਜ਼ੇ ਦੇ ਉੱਤੇ ਸੋਨੇ ਦੇ ਅੱਖਰਾਂ ਵਿੱਚ ਮੂਲ ਮੰਤਰ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਲਿਖਿਆ ਹੋਇਆ। ਦਮਦਮੀ ਟਕਸਾਲ ਦੇ ਪਹਿਲੇ ਜਥੇਦਾਰ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਜੋ ਆਪਣੇ ਸੀਸ ਤੇ ਚੱਕਰ ਸਜਾਇਆ ਕਰਦੇ ਸਨ, ਉਹਨਾਂ ਚੱਕਰਾਂ ਦੇ ਦਰਸ਼ਨ ਹੁੰਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ। ਉਹਨਾਂ ਚੱਕਰਾਂ ਤੇ ਇੱਕ ਪਾਸੇ 10 ਪਾਤਸ਼ਾਹੀਆਂ ਦੇ ਨਾਮ, ਇੱਕ ਪਾਸੇ ਪੂਰਾ ਮੂਲ ਮੰਤਰ ਨਾਨਕ ਹੋਸੀ ਭੀ ਸੱਚ ਤੱਕ ਲਿਖਿਆ ਹੋਇਆ ਹੈ। ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਮੂਲ ਮੰਤਰ ਨਾਨਕ ਹੋਸੀ ਭੀ ਸੱਚ ਤੱਕ ਲਿਖਿਆ ਹੋਇਆ ਹੈ। ਇਸ ਪ੍ਰਕਾਰ ਸਤ ਸੰਗਤ ਜੀ, ਇਹਨਾਂ ਨਿਤਨੇਮ ਹਰੇਕ ਮਾਈ ਭਾਈ ਲਈ ਅਤੀ ਜ਼ਰੂਰੀ ਹੈ। ਅੱਗੇ ਹਨ 5 ਕਕਾਰ। ਪਹਿਲਾ ਕਕਾਰ ਹੈ ਕੇਸ। ਕਈ ਕੇਸ ਕੀ ਕਕਾਰ ਕਹਿ ਕਰਕੇ ਇਸ ਪ੍ਰਕਾਰ ਦੱਸਦੇ ਹਨ ਸਤ ਸੰਗਤ ਜੀ, ਕੇਸਾਂ ਦੇ ਸਤਕਾਰ ਵਾਸਤੇ ਦੂਰੀ ਦਸਤਾਰ ਤਾਂ ਸੀਸ ਉੱਪਰੋਂ ਦੀ ਸਜਾ ਕਰਕੇ ਰੱਖਣੀ। ਕੇਸਕੀ ਨੂੰ ਕਦੇ ਵਿਸਾਰਨਾ ਨਹੀਂ ਚਾਹੀਦਾ, ਪਰ ਕੇਸਕੀ ਕਕਾਰ ਨਹੀਂ ਹੈ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਸ੍ਰੀ ਦਸਮ ਗ੍ਰੰਥ ਦੇ ਅੰਦਰ ਮਹਾਰਾਜ ਦੇ ਸ੍ਰੀ ਮੁਖਵਾਕ ਹਨ, ਨਿਸ਼ਾਨੇ ਸਿੱਖੀ ਕੀ 5 ਹਰਫ ਅਸਤਕਾਰ, ਹਰ ਗਈ ਨਾ ਬਾਸ ਦੋ ਅਜੀ 5 ਮੁਆਫ, ਕੜਾ ਕਾਰ ਦੋ ਕੱਚ ਕੰਗੇ ਬਿਲਾ ਕੇਸ ਵਿੱਚ ਅਸਤ ਜੁਮਲੇ ਨਿਸ਼ਾਨ। ਸੱਚੇ ਪਾਤਸ਼ਾਹ ਮਹਾਰਾਜ ਨੇ 5 ਕਕਾਰਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਵਿੱਚ ਕੇਸ ਮਹਾਰਾਜ ਨੇ ਕਕਾਰ ਕਹੇ ਨੇ। ਕੇਸਾਂ ਦੇ ਸਤਕਾਰ ਵਾਸਤੇ ਦੂਰੀ ਦਸਤਾਰ ਕੇਸਾਂ ਦੇ ਉੱਪਰੋਂ ਦੀ ਸਜਾ ਕਰਕੇ ਰੱਖਣੀ। ਨੰਗੇ ਕੇਸੀ ਕਿਸੇ ਪ੍ਰਕਾਰ ਦਾ ਵੀ ਵਿਹਾਰ ਨਹੀਂ ਕਰਨਾ। ਚਮੜੇ ਦਾ ਕੋਈ ਜੋੜਾ ਆਦਿਕ ਨਹੀਂ ਪਾਉਣਾ। ਨੰਗੇ ਕੇਸੀ ਸਤ ਸੰਗਤ ਜੀ, ਕੋ ਗੱਲਾਂ ਬਾਤਾਂ ਕਰਨੀਆਂ, ਕੋ ਖਾਣਾ ਪੀਣਾ ਆਦਿਕ ਬਿਲਕੁਲ ਮਨਾਹੀ ਹੈ। ਕੋ ਬਾਜ਼ਾਰਾਂ ਆਦਿਕ ਵਿੱਚ ਤੁਰੇ ਫਿਰਨਾ ਬਿਲਕੁਲ ਮਨਾਹੀ ਹੈ। ਜਦੋਂ ਵੀ ਤੁਸੀਂ ਕੁਝ ਛਕਣਾ, ਕੇਸ ਚੰਗੀ ਤਰ੍ਹਾਂ ਬੰਨ੍ਹ ਕੇ ਦਸਤਾਰ ਸਜਾ ਕਰਕੇ ਫਿਰ ਹੀ ਕੁਝ ਛਕਣਾ ਹੈ। ਬਾਹਰ ਜਾਣਾ ਹੈ, ਨੰਗੇ ਕੇਸੀ ਕਿਤੇ ਬਾਹਰ ਤੁਰ ਕਰਕੇ ਆਪਣੇ ਕੇਸ ਜਿਹੜੇ ਆ ਉੱਥੇ ਜਾ ਕਰਕੇ ਹਰੇ ਨਹੀਂ ਕਰਨੇ। ਗਿੱਲੇ ਹੋਏ ਕੇਸਾਂ ਨੂੰ ਸੁਕਾਉਣਾ ਨਹੀਂ ਕਦੇ ਕਹਿਣਾ। ਜੇ ਗਿੱਲੇ ਹੋਏ ਕੇਸ ਤੁਸੀਂ ਇਸ ਪ੍ਰਕਾਰ ਧੁੱਪ ਲਵਾ ਰਹੇ ਹੋ, ਜੇ ਪੁੱਛੇ ਕੋਈ ਤਾਂ ਕਹਿਣਾ ਭਾਈ ਮੈਂ ਕੇਸ ਹਰੇ ਕਰ ਰਿਹਾ। ਕੇਸਾਂ ਨੂੰ ਸੁਕਾਉਣੇ ਨਹੀਂ ਕਹਿਣਾ। ਗੁਰੂ ਸਾਹਿਬ ਦੀ ਮੋਹਰ ਹੈ ਅਦਬ ਕਰਨਾ, ਸਤਿਕਾਰ ਕਰਨਾ। ਹਫ਼ਤੇ ਵਿੱਚ 2 ਵਾਰ ਹੋ ਸਕੇ ਤਾਂ ਕੇਸੀ ਇਸ਼ਨਾਨ ਕਰਨਾ। ਜੇ 2 ਵਾਰ ਨਾ ਹੋ ਸਕੇ ਤਾਂ 1 ਵਾਰ ਜ਼ਰੂਰ ਕਰਨਾ ਚਾਹੀਦਾ ਹੈ। ਇਸ ਪ੍ਰਕਾਰ ਕੇਸ ਗੁਰੂ ਮਹਾਰਾਜ ਸਾਹਿਬ ਜੀ ਦਾ ਬਖਸ਼ਿਆ ਹੋਇਆ ਕਕਾਰ ਗੁਰੂ ਕੀ ਮੋਹਰ ਹਨ। ਇਹਨਾਂ ਦਾ ਸਦਾ ਵਾਸਤੇ ਅਦਬ ਤੇ ਸਤਿਕਾਰ ਕਰਨਾ। ਦੂਸਰਾ ਕਕਾਰ ਹੈ ਕੰਘਾ। ਲੱਕੜ ਦਾ ਕੰਘਾ ਕੇਸਾਂ ਵਿੱਚ ਸਜਾ ਕਰਕੇ ਰੱਖਣਾ। ਹੋਰ ਕੋਈ ਪਲਾਸਟਿਕ ਦਾ ਜਾਂ ਕੰਘੀ ਆਦਿਕ ਦੀ ਵਰਤੋਂ ਨਹੀਂ ਕਰਨੀ। ਲੱਕੜ ਦਾ ਕੰਘਾ ਕੇਸਾਂ ਵਿੱਚ ਰੱਖਣਾ। ਤੇ ਜਦੋਂ ਕਿਤੇ ਕੇਸੀ ਕੰਘਾ ਕਰਦਿਆਂ ਹੋਇਆਂ ਜੇ ਕੰਘੇ ਦਾ ਦੰਦਾ ਟੁੱਟ ਜਾਵੇ ਤਾਂ ਟੁੱਟੇ ਦੰਦੇ ਵਾਲਾ ਕੰਘਾ ਹੀ ਨਹੀਂ ਵਰਤੀ ਜਾਣਾ। ਉਸ ਨੂੰ ਉਸੇ ਸਮੇਂ ਹੀ ਸਤ ਸੰਗਤ ਜੀ ਨਵਾਂ ਕੰਘਾ ਸਾਬਤ ਦੰਦਿਆਂ ਵਾਲਾ ਧਾਰਨ ਕਰਨਾ। ਜਿਹੜੇ ਬਾਣੀ ਪੜ੍ਹਨਾ ਜਾਣਦੇ ਹੋਣ ਉਹ ਜਪਜੀ ਸਾਹਿਬ ਦਾ ਪਾਠ ਕਰ ਲੈਣ। ਜਿਹੜੇ ਬਾਣੀ ਪੜ੍ਹਨਾ ਨਹੀਂ ਜਾਣਦੇ ਉਹ 15-20 ਮਿੰਟ ਵਾਹਿਗੁਰੂ ਮੰਤਰ ਦਾ ਜਾਂ ਮੂਲ ਮੰਤਰ ਦਾ ਜਾਪ ਕਰ ਲੈਣ। ਇਸ ਪ੍ਰਕਾਰ ਟੁੱਟੇ ਹੋਏ ਦੰਦੇ ਵਾਲਾ ਕੰਘਾ ਨਹੀਂ ਵਰਤਣਾ। ਜਦੋਂ ਅਚਨਚੇਤ ਦੰਦਾ ਟੁੱਟ ਜਾਵੇ ਤਾਂ ਸਾਬਤ ਕੰਘਾ ਧਾਰਨ ਕਰਕੇ ਬਾਣੀ ਪੜ੍ਹ ਕੇ ਅਰਦਾਸ ਕਰਕੇ ਮਾਫੀ ਮੰਗਣੀ। 2 ਵਕਤ ਆਪਣੇ ਕੇਸਾਂ ਵਿੱਚ ਕੰਘਾ ਕਰਨਾ, ਸਵੇਰੇ ਅਤੇ ਸ਼ਾਮ। ਮੁਰਦਾ ਹੋਏ ਕੇਸ ਜਿਹੜੇ ਕੰਘੇ ਦੇ ਨਾਲ ਨਿਕਲ ਆਉਂਦੇ ਨੇ ਉਹਨਾਂ ਨੂੰ ਗੰਦੀ ਮੰਦੀ ਜਗ੍ਹਾ ਤੇ ਨਹੀਂ ਸੁੱਟਣਾ। ਸਾਫ਼ ਜਿਹੀ ਘਰ ਦੇ ਵਿੱਚ ਕੱਪੜੇ ਦੀ ਗੁਥਲੀ ਬਣਾ ਕਰਕੇ ਉਹਦੇ ਵਿੱਚ ਇਕੱਤਰ ਕਰ ਲੈਣੇ ਚਾਹੀਦੇ ਆ। ਜਦੋਂ ਜ਼ਿਆਦਾ ਇਕੱਤਰ ਹੋ ਜਾਣ ਤਾਂ ਲੱਕੜਾਂ ਦੀ ਅੱਗ ਤੇ ਸੰਸਕਾਰ ਕਰ ਦੇਣਾ ਚਾਹੀਦਾ ਹੈ। ਸਾਬਤ ਸੂਰਤ ਸਿੱਧਾ ਦਾੜਾ, ਕਾਠ ਦਾ ਕੰਘਾ ਕੇਸੀ ਚਾੜਾ। ਸਦਾ ਵਾਸਤੇ 2 ਵਕਤ ਆਪਣੇ ਕੇਸਾਂ ਵਿੱਚ ਕੰਘਾ ਜ਼ਰੂਰ ਕਰਨਾ, ਸਵੇਰੇ ਤੇ ਸ਼ਾਮ।
ਕੇਸਾਂ ਵਿੱਚ ਬਿਜਲੀ ਨੂੰ ਸ਼ਾਂਤ ਰੱਖਦਾ ਹੈ। ਕੰਘਾ ਕਰਨ ਦੇ ਨਾਲ ਜਿੰਨੀ ਤਰੋ-ਤਾਜ਼ਗੀ ਆਉਂਦੀ ਹੈ ਸਾਧ ਸੰਗਤ ਜੀ, ਇਸ਼ਨਾਨ ਦੇ ਬਰਾਬਰ ਸਰੀਰ ਨੂੰ ਤਰੋ-ਤਾਜ਼ਗੀ ਬਖਸ਼ਿਸ਼ ਕਰਦਾ ਹੈ। 2 ਵਕਤ ਜਮਾਲਾ ਸਜਾਉਣਾ, ਦਸਤਾਰ ਸਜਾਉਣੀ, ਤੇ ਜਦੋਂ ਦਸਤਾਰ ਸਜਾਉਣੀ ਚਿਣ ਕਰਕੇ ਦਸਤਾਰ ਸਾਧ ਸੰਗਤ ਜੀ ਬੰਨਣੀ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਬਾਗ ਚੁਣੀ ਕਰ ਬੰਦਈ ਦਾਤਨ ਨੀਤ ਕਰਿਆ ਨਾ ਦੁੱਖ ਪਾਵੇ ਲਾਰੇ। ਟੋਪੀ ਦੀ ਸ਼ਕਲ ਬਣਾ ਕਰਕੇ ਪੱਗ ਲਾਉਣੀ ਤੇ ਪਾਉਣੀ ਬਿਲਕੁਲ ਮਨਾ ਹੈ, ਕਿਉਂਕਿ ਮਹਾਰਾਜ ਕਹਿੰਦੇ ਨੇ ਸਿੱਖ ਹੋਏ ਸਿਰ ਟੋਪੀ ਧਰੈ, 7 ਜਨਮ ਕੁਸ਼ਤੀ ਹੋਏ ਮਰ। ਇਹਦਾ ਕਰਮ ਕਰਨਾ ਤੇ ਬੜਾ ਸੌਖਾ ਹੈ, ਪਰ ਇਹਦਾ ਫਲ ਭੁਗਤਣਾ ਬੜਾ ਔਖਾ ਹੈ। ਇਸ ਕਰਕੇ ਟੋਪੀ ਦੀ ਸ਼ਕਲ ਬਣਾ ਕਰਕੇ ਪੱਗ ਨਾ ਲਾਉਣੀ ਤੇ ਨਾ ਸਰੀਰ ਤੇ ਧਰਨੀ, ਸੀਸ ਤੇ ਧਰਨੀ। ਇਸ ਪ੍ਰਕਾਰ ਕੱਲਾ ਕੱਲਾ ਪੇਚ ਕਰਕੇ ਦਸਤਾਰ ਨੂੰ ਉਤਾਰਨਾ ਤੇ ਕੱਲਾ ਕੱਲਾ ਪੇਚ ਕਰਕੇ ਦਸਤਾਰ ਬੰਨਣੀ। ਇਸ ਪ੍ਰਕਾਰ ਸਾਧ ਸੰਗਤ ਜੀ ਕੰਘਾ ਦੂਸਰਾ ਕਕਾਰ ਸਦਾ ਵਾਸਤੇ ਆਪਣੇ ਕੇਸਾਂ ਵਿੱਚ ਸਜਾ ਕਰਕੇ ਰੱਖਣਾ। ਜੇ ਕਿਸੇ ਦੇ ਸਿਰ ਤੇ ਕੇਸ ਘੱਟ ਹੋਣ ਤਾਂ ਆਪਣੇ ਗਾਤਰੇ ਨਾਲ ਕੰਘਾ ਇੱਕ ਜ਼ਰੂਰ ਵਾਧੂ ਬੰਨ ਕਰਕੇ ਰੱਖਣਾ, ਪਰ ਕੇਸਾਂ ਵਿੱਚ ਦਸਤਾਰ ਵਿੱਚ ਫਿਰ ਵੀ ਕੰਘਾ ਜ਼ਰੂਰ ਰੱਖਣਾ ਨਾਲ। ਤੇ ਸਾਧ ਸੰਗਤ ਜੀ ਤੀਸਰਾ ਕਕਾਰ ਹੈ ਕੜਾ। ਸਰਬਲੋਹ ਦਾ ਕੜਾ ਸੱਜੇ ਹੱਥ ਵਿੱਚ ਧਾਰਨ ਕਰਕੇ ਰੱਖਣਾ। ਜੰਗ ਵਿੱਚ ਵੱਜੇ ਹੋਏ ਕਿਰਪਾਨ ਦੇ ਵਾਰ ਨੂੰ ਰੋਕਦਾ ਹੈ। ਸਦਾ ਹੀ ਗੁਰੂ ਸਾਹਿਬ ਦੀ ਯਾਦ ਦਿਵਾਉਂਦਾ ਹੈ ਕਿ ਇਹਨਾਂ ਹੱਥਾਂ ਨਾਲ ਕਦੇ ਬੁਰੇ ਕਰਮ ਨਹੀਂ ਕਰਨੇ, ਭਲੇ ਕਰਮ ਕਰਨੇ, ਪਰਉਪਕਾਰ ਦੇ ਕਰਮ ਕਰਨੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵੱਲੋਂ ਬਖਸ਼ਿਆ ਹੋਇਆ ਸ਼ਹੀਦੀ ਗਾਨਾ ਹੈ, ਵਾਹਿਗੁਰੂ ਦਾ ਜਨਾਇਕ ਇਹਦਾ ਆਦ ਅੰਤ ਕੋਈ ਨਹੀਂ। ਇਸ ਪ੍ਰਕਾਰ ਸਾਧ ਸੰਗਤ ਜੀ ਚੌਥਾ ਕਕਾਰ ਹੈ ਕਿਰਪਾਨ। ਕਿਰਪਾਨ ਪਾਨ ਧਾਰੀਆਂ ਕਰੋੜ ਪਾਪ ਟਾਰੀਆਂ। ਕਿਰਪਾਨ ਧਾਰਨ ਕਰਨ ਦੇ ਨਾਲ ਕਰੋੜਾਂ ਹੀ ਪਾਪ ਟਲ ਜਾਂਦੇ ਆ। ਆਉਣ ਵਾਲੇ ਸਮੇਂ ਵਿੱਚ ਔਗਣ ਵਿਘਨ ਜਿਹੜੇ ਆ ਸਤਿਗੁਰੂ ਦੇ ਸ਼ਸਤਰ ਧਾਰਨ ਕਰਨ ਦੇ ਨਾਲ ਦੂਰ ਹੋ ਜਾਂਦੇ ਆ। ਐਸੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸ਼ਸਤਰਾਂ ਦੀ ਸ਼ਕਤੀ ਕਹਿੰਦੇ ਨੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਗਾਤਰੇ ਵਾਲੀ ਕਿਰਪਾਨ ਘੱਟ ਤੋਂ ਘੱਟ 9 ਇੰਚੀ ਹੋਵੇ, ਉੱਪਰੋਂ ਦੀ ਧਾਰਨ ਕਰਕੇ ਰੱਖਣੀ। ਡੋਰੀ ਵਾਲੀ ਕਿਰਪਾਨ ਕਦੇ ਨਹੀਂ ਪਹਿਨਣੀ। ਛੋਟਾ ਖੰਡਾ ਕਿਰਪਾਨ ਜੋ ਗਾਤਰੇ ਪਾਉਣਾ ਪੈਂਦਾ ਹੈ ਸਾਧ ਸੰਗਤ ਜੀ ਔਖੇ ਸਮੇਂ। ਇਸ ਪ੍ਰਕਾਰ ਉਹ ਛੋਟਾ ਖੰਡਾ ਕਿਰਪਾਨ ਜਿਹੜਾ ਤੁਸੀਂ ਗਲ ਵਿੱਚ ਪਾਉਨੇ ਹੋ ਉਹ ਤਾਂ ਇੱਕ ਸਾਧ ਸੰਗਤ ਜੀ ਬਨਾਵਟੀ ਤੌਰ ਤੇ ਆ, ਉਹ ਨਹੀਂ ਧਾਰਨ ਕਰਨਾ ਚਾਹੀਦਾ। ਜਦੋਂ ਜਿੱਥੇ ਸਾਨੂੰ ਕੋਈ ਔਕੜ ਬਣਦੀ ਹੈ, ਅਸੀਂ ਆਪਣਾ ਸ਼ਸਤਰ ਲੈ ਕਰਕੇ ਨਹੀਂ ਜਾ ਸਕਦੇ, ਤਾਂ ਇਹ ਨਹੀਂ ਕਿ ਉੱਥੇ ਮਜਬੂਰੀ ਖਾਤਰ ਲਾਉਣਾ ਪਿਆ ਤੇ ਫਿਰ ਸਦਾ ਹੀ ਲਾ ਦੇਣਾ ਚਾਹੀਦਾ। ਨਹੀਂ, ਜਿੰਨਾ ਚਿਰ ਕਕਾਰ ਵਿਸਰਿਆ ਰਹੇ ਉਹਨਾਂ ਚਿਰ ਕੋਈ ਲੰਗਰ ਪ੍ਰਸ਼ਾਦ ਨਹੀਂ ਛਕੀਦਾ। ਤਾਂ ਜਿਹੜੇ ਬਾਣੀ ਪੜ੍ਹਨਾ ਜਾਣਦੇ ਆ ਉਹ ਬਾਣੀ ਪੜ੍ਹ ਕਰਕੇ ਅਰਦਾਸ ਕਰਕੇ ਕਕਾਰ ਧਾਰਨ ਕਰਕੇ ਫਿਰ ਕੁਝ ਛਕ ਸਕਦੇ ਆ। ਜਿਹੜੇ ਬਾਣੀ ਪੜ੍ਹਨਾ ਨਹੀਂ ਜਾਣਦੇ ਉਹ ਜਾਪ ਕਰਕੇ ਵਾਹਿਗੁਰੂ ਮੰਤਰ ਦਾ ਜਾਂ ਮੂਲ ਮੰਤਰ ਦਾ ਇਸ ਪ੍ਰਕਾਰ ਫਿਰ ਕੁਝ ਛਕ ਸਕਦੇ ਹਨ। ਕਿਰਪਾਨ ਦੀ 2 ਜਗ੍ਹਾ ਤੇ ਵਰਤੋਂ ਕਰਨੀ। ਲੰਗਰ ਕੜਾ ਪ੍ਰਸ਼ਾਦ ਨੂੰ ਭੋਗ ਲਵਾਉਣ ਲੱਗਿਆ, ਦੂਸਰਾ ਜੰਗ ਵਿੱਚ ਜ਼ੁਲਮ ਦਾ ਨਾਸ਼ ਕਰਨ ਲੱਗਿਆ। ਹੋਰ ਕਿਰਪਾਨ ਦੇ ਨਾਲ ਕੇ ਲਾਦ ਠੋਕਣੇ, ਸਬਜ਼ੀਆਂ ਕੱਟਣੀਆਂ ਗੁਰੂ ਸਾਹਿਬ ਦੇ ਸ਼ਸਤਰ ਦੀ ਬੇਅਦਬੀ ਹੈ, ਕਦੇ ਵਾਸਤੇ ਨਹੀਂ। ਇਸ ਪ੍ਰਕਾਰ ਦਾ ਕਾਰਜ ਕਰਨਾ, ਸਦਾ ਹੀ ਸ਼ਸਤਰ ਦਾ ਆਦਰ ਕਰਨਾ, ਸ਼ਸਤਰਾਂ ਦੇ ਉੱਪਰੋਂ ਦੀ ਟੱਪ ਕੇ ਨਹੀਂ ਲੰਘਣਾ, ਸ਼ਸਤਰਾਂ ਵੱਲ ਨੂੰ ਪੈਰ ਨਹੀਂ ਕਰਨਾ। ਸਰਾਣੇ ਵੱਲ ਉੱਚੀ ਜਗ੍ਹਾ ਤੇ ਘਰ ਵਿੱਚ ਸ਼ਸਤਰਾਂ ਨੂੰ ਰੱਖਣਾ, ਕਿਉਂਕਿ ਮਹਾਰਾਜ ਕਹਿੰਦੇ ਆਸ ਕਿਰਪਾਨ ਖੰਡੋ ਖੜਗ ਤੁਪਕ ਤਵਰ ਅਵਤੀਰ ਸਾਹਿਬ ਸਰੋਹੀ ਸਹਿਥੀ ਯਹ ਹਮਾਰੇ ਪੀਰ। ਸ਼ਸਤਰਾਂ ਨੂੰ ਮਹਾਰਾਜ ਨੇ ਪੀਰ ਕਿਹਾ। ਸਾਡਾ ਇਤਿਹਾਸ ਦੱਸਦਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ਼ਸਤਰਾਂ ਦੇ ਆਪ ਚਾਉਰ ਕਰਿਆ ਕਰਦੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸ਼ਸਤਰਾਂ ਦੇ ਉੱਤੇ ਆਪ ਚਾਉਰ ਕਰਿਆ ਕਰਦੇ। ਇਸ ਕਰਕੇ ਸ਼ਸਤਰਾਂ ਦਾ ਪੂਰਾ ਆਦਰ ਕਰਨਾ। ਪੰਜਵਾਂ ਕਕਾਰ ਹੈ ਕਸ਼ਹਿਰਾ ਸੀਲ ਜੱਟ ਕੀ ਕੱਛ ਪਹਿਰ ਪਕੜਿਓ ਹਥਿਆਰਾ। ਕਸ਼ਹਿਰਾ ਜੱਟ ਦੀ ਨਿਸ਼ਾਨੀ ਹੈ, ਜਿਉਂਦਿਆਂ ਹੋਇਆਂ ਦਾ ਪੜਦਾ ਏ। ਕਦੇ ਵੀ ਪਜਾਮੇ ਆਦਿਕ ਦਾ ਕੱਟ ਕੇ ਨਿੱਕਰ ਆਦਿਕ ਬਣਾ ਕਰਕੇ ਨਹੀਂ ਪਹਿਨਣੀ। ਰੇਬਦਾਰ ਕਸ਼ਹਿਰਾ ਸਾਰਿਆਂ ਨੇ ਪਹਿਨਣਾ। ਪਹਿਲਾ ਕਕਾਰ ਜੋ ਕੇਸ ਦੱਸੇ ਨੇ ਤੇ ਪੰਜਵਾਂ ਕਕਾਰ ਜੋ ਸਾਧ ਸੰਗਤ ਜੀ ਕਸ਼ਹਿਰਾ ਹੈ। ਜੋ ਕੇਸ ਕਕਾਰ ਹੈ ਇਹ ਤਾਂ ਸਾਧ ਸੰਗਤ ਜੀ ਜੇ ਕੇਸਾਂ ਦੀ ਬੇਅਦਬੀ ਹੋਵੇ ਤਾਂ ਬੱਜਰ ਕਰਿਆ ਤਾਂ ਦੁਬਾਰਾ 5 ਪਿਆਰਿਆਂ ਦੇ ਪੇਸ਼ ਹੋ ਕਰਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਪੈਂਦੀ ਹੈ। ਤੇ ਪੰਜਵਾਂ ਕਸ਼ਹਿਰਾ ਜੋ ਕਕਾਰ ਦੱਸਿਆ ਸਾਧ ਸੰਗਤ ਜੀ, ਜੇਕਰ ਅਚਨਚੇਤ ਕਸ਼ਹਿਰਾ ਵਿਸਰ ਜਾਵੇ ਤਾਂ ਵਿਸਰਨ ਦਾ ਕਾਰਨ 5 ਪਿਆਰਿਆਂ ਨੂੰ ਦੱਸਣਾ ਪੈਂਦਾ ਹੈ। 10 ਕਰਕੇ ਸਾਧ ਸੰਗਤ ਜੀ ਸੁਧਾਈ ਕਰਾਉਣੀ ਪੈਂਦੀ ਹੈ। ਜਿਹੜੇ ਬਾਣੀ ਪੜ੍ਹਨਾ ਜਾਣਦੇ ਆ ਉਹਨਾਂ ਨੂੰ 5 ਪਾਠ ਜਪਜੀ ਸਾਹਿਬ ਦੇ ਜਿਹੜੇ ਤਨਖਾਹ ਵਜੋਂ ਲਾਏ ਜਾਂਦੇ ਆ। ਜਿਹੜੇ ਬਾਣੀ ਪੜ੍ਹਨਾ ਨਹੀਂ ਜਾਣਦੇ ਉਹਨਾਂ ਨੂੰ 1.25 ਘੰਟਾ ਵਾਹਿਗੁਰੂ ਮੰਤਰ ਦਾ ਜਾਂ ਮੂਲ ਮੰਤਰ ਦਾ ਜਾਪ ਲਾਇਆ ਜਾਂਦਾ। ਜੇ 5 ਪਿਆਰੇ ਸਿੰਘ ਸਾਹਿਬਾਨ ਨਜ਼ਦੀਕ ਪ੍ਰਾਪਤ ਨਾ ਹੋਣ ਤਾਂ ਤੁਸੀਂ ਇੰਨਾ ਨਿਤਨੇਮ ਇੰਨਾ ਜਾਪ ਕਰ ਲੈਣਾ। ਜਦੋਂ ਸਿੰਘ ਪ੍ਰਾਪਤ ਹੋ ਜਾਣ ਤਾਂ ਸਿੰਘਾਂ ਦੇ ਪੇਸ਼ ਹੋ ਕਰਕੇ ਅਰਦਾਸ ਜਿਹੜੀ ਆ ਆਪਣੀ ਜ਼ਰੂਰ ਕਰਵਾ ਲੈਣੀ ਕਿ ਮੇਰਾ ਇਸ ਕਾਰਨ ਕਰਕੇ ਕਸ਼ਹਿਰਾ ਵਿਸਰਿਆ ਸੀ, ਮੈਂ ਪਾਠ ਪੂਰੇ ਕਰ ਲਏ ਨੇ। ਫਿਰ ਉਸ ਸਮੇਂ ਫਿਰ ਅਰਦਾਸ ਕਰ ਦਿੱਤੀ ਜਾਂਦੀ ਹੈ। ਇਸ ਪ੍ਰਕਾਰ ਕਸ਼ਹਿਰਾ ਵਿਸਰਨ ਤੇ 5 ਪਿਆਰਿਆਂ ਦੇ ਪੇਸ਼ ਹੋ ਕਰਕੇ ਅਰਦਾਸ ਕਰਵਾਉਣੀ ਪੈਂਦੀ ਹੈ। ਕੇਸਾਂ ਦੀ ਬੇਅਦਬੀ ਹੋ ਜਾਣ ਤੇ ਸਿੱਖੀ ਵਿੱਚੋਂ ਹੀ ਪਤਿਤ ਹੋ ਜਾਂਦਾ ਹੈ। ਕੰਘਾ, ਕੜਾ ਅਤੇ ਕਿਰਪਾਨ
ਇਹਨਾਂ ਤਿੰਨਾਂ ਕਕਾਰਾਂ ਵਿੱਚੋਂ ਜੇ ਕੋਈ ਕਕਾਰ ਵਿਸਰ ਜਾਵੇ ਤਾਂ ਜਲਦੀ ਤੋਂ ਜਲਦੀ ਵਿਸਰਿਆ ਕਕਾਰ ਧਾਰਨ ਕਰਨਾ। ਜਿਹੜੇ ਬਾਣੀ ਪੜ੍ਹਨਾ ਜਾਣਦੇ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਕਰ ਲੈਣਾ। ਜਿਹੜੇ ਬਾਣੀ ਪੜ੍ਹਨਾ ਨਹੀਂ ਜਾਣਦੇ ਵਾਹਿਗੁਰੂ ਮੰਤਰ ਦਾ ਜਾਂ ਮੂਲ ਮੰਤਰ ਦਾ 15-20 ਮਿੰਟ ਜਾਪ ਕਰਨਾ। ਅਰਦਾਸ ਕਰਕੇ ਉਪਰੰਤ ਕੋਈ ਛਕਣਾ ਛਕਾਉਣਾ, ਕੰਘਾ ਕੜਾ ਤੇ ਕਿਰਪਾਨ ਇਹਨਾਂ ਤਿੰਨਾਂ ਕਕਾਰਾਂ ਦੇ ਵਿਸਰ ਜਾਣ ਤੇ ਆਪ ਬਾਣੀ ਪੜ੍ਹ ਕੇ ਅਰਦਾਸ ਕਰਕੇ ਤੁਸੀਂ ਮਾਫੀ ਜਾਚਨਾ ਕਰ ਸਕਦੇ ਹੋ। ਪਰ ਸ਼ੌਂਕ ਵਾਸਤੇ ਕਦੇ ਵਾਸਤੇ ਇਹਨਾਂ ਕਕਾਰਾਂ ਨੂੰ ਆਪਣੀ ਮਰਜ਼ੀ ਦੇ ਅਨੁਸਾਰ ਨਹੀਂ ਸਾਧ ਸੰਗਤ ਜੀ ਵਿਸਾਰਨਾ। ਜਿਵੇਂ ਅੰਗ ਕੱਟੇ ਜਾਣ ਦਾ ਸਾਨੂੰ ਦੁੱਖ ਹੁੰਦਾ, ਮੰਨਦੇ ਹਾਂ ਦੁੱਖ ਕਰਕੇ ਅੰਗ ਸਰੀਰ ਦਾ ਇੱਕ ਹਿੱਸਾ ਹੈ, ਇਸੇ ਪ੍ਰਕਾਰ ਇੱਕ ਕਕਾਰ ਸਾਡੇ ਅੰਗ ਹਨ, ਸਰੀਰ ਦਾ ਹਿੱਸਾ ਮੰਨਣਾ। ਕਦੇ ਵਾਸਤੇ ਕਕਾਰਾਂ ਨੂੰ ਆਪਣੇ ਸਰੀਰ ਤੋਂ ਦੂਰ ਨਹੀਂ ਕਰਨਾ। ਅੱਗੇ ਹਨ 4 ਬੱਜਰ ਕ੍ਰਹਿਤਾਂ। ਹੁੱਕਾ, ਹਜਾਮਤ, ਹਲਾਲੋ ਹਰਾਮ। ਹੁੱਕਾ ਤਮਾਕੂ ਵਰਤਣ ਵਾਲੇ ਨੂੰ ਕਿਹਾ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਤਨਕ ਤਮਾਕੂ ਸੇਵੀਆ ਦੇਵ ਪਿੱਤਰ ਤਜ ਜਾਏ, ਪਾਣੀ ਤਾਕਾ ਹਾਥ ਕਾ ਮਧੁਰਾ ਸਮ ਹੋ ਜਾਏ। ਤਮਾਕੂ ਵਰਤਣ ਵਾਲੇ ਦੇ ਹੱਥੋਂ ਲੈ ਕਰਕੇ ਪੀਤਾ ਹੋਇਆ ਪਾਣੀ ਗੁਰੂ ਕੇ ਸਿੱਖ ਨੂੰ ਪਾਣੀ ਨਹੀਂ ਰਹਿੰਦਾ, ਉਹ ਸ਼ਰਾਬ ਬਣ ਜਾਂਦਾ। ਕਦੇ ਵੀ ਤਮਾਕੂ ਦਾ ਸੇਵਨ ਕਰਨ ਵਾਲੇ ਦੇ ਹੱਥੋਂ ਪਾਣੀ ਆਦਿਕ ਲੈ ਕਰਕੇ ਜਾਂ ਹੋਰ ਕਿਸੇ ਪ੍ਰਕਾਰ ਦੀ ਵਸਤੂ ਲੈ ਕਰਕੇ ਨਹੀਂ ਛਕਣੀ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਹੈ ਸੁਨ ਗੁਰ ਸਿੱਖ ਕੀ ਰਹਿਤ ਕੋ ਤਜਾ ਤਮਾਕੂ ਸੰਗ, ਮਰਨੀ ਮਰਤ ਅਤ ਭਲਾ ਜਗਤ ਝੂਠ ਨਹਿ ਅੰਗ। ਸਿੱਖਾ ਮੌਤ ਕਬੂਲ ਕਰ ਲਵੇਂ ਪਰ ਜਗਤ ਝੂਠ ਤਮਾਕੂ ਨੂੰ ਕਦੇ ਵਾਸਤੇ ਹੱਥ ਨਾ ਲਾਵੀਂ। ਇਹਨਾਂ ਦੇਸ਼ਾਂ ਵਿੱਚ ਭਾਵੇਂ ਕਾਰੋਬਾਰ ਕਈਆਂ ਨੂੰ ਇਹੋ ਜਿਹੀਆਂ ਜੌਬਾਂ ਮਿਲਦੀਆਂ, ਨੌਕਰੀਆਂ ਮਿਲਦੀਆਂ, ਪਰ ਸਾਧ ਸੰਗਤ ਜੀ ਇਸ ਵਿੱਚ ਕੋਈ ਢਲਿਆਈ ਨਹੀਂ। ਕਦੇ ਚਿੱਤ ਵੀ ਉਹ ਨੌਕਰੀ ਨਹੀਂ ਕਰਨੀ ਚਾਹੀਦੀ ਜਿਸ ਨੌਕਰੀ ਵਿੱਚ ਇਸ ਜਗਤ ਝੂਠ ਨੂੰ ਹੱਥ ਲਾਉਣ ਵਾਸਤੇ ਮਜਬੂਰ ਹੋਣਾ ਪਵੇ, ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਨੇ ਜਗਤ ਝੂਠ ਕਹਿ ਕਰਕੇ ਇਸ ਨੂੰ ਵਿਵਰਜਿਤ ਕੀਤਾ। ਸਰੀਰ ਦੇ ਕਿਸੇ ਅੰਗ ਨੂੰ ਇਹ ਛੋ ਜਾਵੇ ਤਾਂ ਸਮੇਤ ਕੇ ਅਸੀਂ ਇਸ਼ਨਾਨ ਕਰਨਾ, ਆਪਣੇ ਸਰੀਰ ਦੇ ਪਹਿਨੇ ਹੋਏ ਵਸਤਰ ਵੀ ਸੋਧਣੇ, ਇੰਨੀ ਪਵਿੱਤਰਤਾ ਰੱਖਣੀ। ਅੱਗੇ ਸਾਧ ਸੰਗਤ ਜੀ ਕੇਸਾਂ ਦੀ ਬੇਅਦਬੀ। ਦੂਸਰੀ ਕ੍ਰਹਿਤ। ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਸਰੀਰ ਦੇ ਕਿਸੇ ਵੀ ਅੰਗ ਤੋਂ ਕਿਸੇ ਵੀ ਢੰਗ ਨਾਲ ਕੇਸਾਂ ਦੀ ਬੇਅਦਬੀ ਜਿਹੜੀ ਆ ਉਹ ਸਾਧ ਸੰਗਤ ਜੀ ਹਜਾਮਤ ਅਖਵਾਉਂਦੀ ਹੈ। ਬੱਜਰ ਕ੍ਰਹਿਤ ਉਸ ਨੂੰ ਕਿਹਾ ਜਾਂਦਾ ਹੈ। ਦਵਾਈ ਲਾ ਕੇ, ਕਰੀਮਾਂ ਲਾ ਕਰਕੇ ਜਾਂ ਹੋਰ ਕਿਸੇ ਢੰਗ ਤਰੀਕੇ ਨਾਲ ਕੇਸਾਂ ਨੂੰ ਸਾੜਨਾ, ਘਸਾਉਣਾ, ਮਨਾਉਣਾ। ਅੱਜ ਤੁਸੀਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ। ਪਿੱਛੇ ਜੋ ਹੋ ਚੁੱਕਾ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਭਾਈ ਨੰਦ ਲਾਲ ਜੀ ਦੀ ਰਸਨਾ ਤੋਂ ਕਹਿੰਦੇ ਨੇ ਪਿਛਲੀ ਉਮਰ ਗੁਨਾਹੀ ਪੀਤੀ, ਹਰ ਕੀ ਭਗਤ ਨਾ ਕੀਤੀ, ਆਗਾ ਸਮਝ ਚਲੋ ਨੰਦ ਲਾਲਾ ਪਾਤਸ਼ਾਹ ਜੋ ਬੀਤੀ ਸੋ ਬੀਤੀ। ਕਿਉਂਕਿ ਪਿਛਲੀਆਂ ਕੀਤੀਆਂ ਹੋਈਆਂ ਗਲਤੀਆਂ ਦਾ ਸਤਿਗੁਰੂ ਜੀ ਦਿਆਲੂ ਹਨ, ਬਖਸ਼ਿੰਦ ਹਨ, ਮਹਾਰਾਜ ਮਾਫ ਕਰ ਦਿੰਦੇ ਨੇ। ਕਿਉਂਕਿ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਕਹਿੰਦੀ ਹੈ ਕਰ ਉਪਦੇਸ਼ ਛਿੜਕੇ ਬਹੁ ਭਾਤੀ ਬਹੁ ਪਿਤਾ ਗੱਲ ਲਾਵੇ। ਮਹਾਰਾਜ ਸਾਹਿਬ ਜੀ ਫਿਰ ਆਪਣੇ ਗੱਲ ਨਾਲ ਲਾ ਲਿਆ ਸਤਿਗੁਰੂ ਨੇ। ਇਸ ਕਰਕੇ ਕਦਾ ਹੁਣ ਪਛਾਣ ਨੂੰ ਨਹੀਂ ਝਾਕਣਾ, ਪਿੱਛੇ ਨੂੰ ਨਹੀਂ ਵੇਖਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅਗਾਹਾਂ ਕੂਤਰਾਗ ਪਿਛਾ ਦੇਖ ਨਾ ਮੋਢ ਡੜਾ। ਪਛਾਣ ਨੂੰ ਘੁੰਮ ਕੇ ਨਹੀਂ ਵੇਖਣਾ, ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਿਆਰ ਤੱਕਣਾ। ਬਾਣੀ ਪੜ੍ਹਦਿਆਂ, ਨਾਮ ਜਪਦਿਆਂ ਆਪਣੀ ਜੀਵਨ ਯਾਤਰਾ ਨੂੰ ਸਫਲ ਕਰਨਾ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਦੂਸਰੀ ਕ੍ਰਹਿਤ ਹੈ ਹਜਾਮਤ। ਕਿਸੇ ਵੀ ਤਰੀਕੇ ਨਾਲ ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਕੇਸਾਂ ਦਾ ਸਦਾ ਵਾਸਤੇ ਅਦਬ ਤੇ ਸਤਿਕਾਰ ਕਰਨਾ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮੋਹਰ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਬਚਨ ਨੇ ਕਿ ਸਿੱਖਾ ਜੇ ਤੇਰੇ ਸਿਰ ਤੇ ਕੇਸ ਹੋਣਗੇ ਨਾ ਤਾਂ ਅਸੀਂ ਤੈਨੂੰ ਨਰਕਾਂ ਵਿੱਚ ਨਹੀਂ ਪੈਣ ਦੇਵਾਂਗੇ। ਕਾਢੀ ਨਰਕ ਤੇ ਤੂੰ, ਤੇਰੇ ਕੇਸਾਂ ਦੀ ਪਛਾਣ ਕਰਕੇ ਅਸੀਂ ਤੈਨੂੰ ਨਰਕਾਂ ਤੋਂ ਕੱਢ ਲਵਾਂਗੇ ਕਿ ਸਾਡਾ ਸਿੱਖ ਹੈ ਨਰਕਾਂ ਦੀ ਅੱਗ ਵਿੱਚ ਨਹੀਂ ਗਲਣਾ ਚਾਹੀਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਧਰਮ ਰਾਏ ਜਿਹੜਾ ਹੈ ਉਹ ਵੀ ਸਾਧ ਸੰਗਤ ਜੀ ਫਿਰ ਲੇਖਾ ਨਹੀਂ ਮੰਗਦਾ, ਲੇਖਾ ਨਹੀਂ ਪੁੱਛਦਾ। ਸੱਚੇ ਪਾਤਸ਼ਾਹ ਕਹਿੰਦੇ ਧਰਮ ਰਾਏ ਦਾ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ। ਨਾਮ ਬਾਣੀ ਦਾ ਅਭਿਆਸ ਕਰਨ ਵਾਲਾ ਅੰਮ੍ਰਿਤਧਾਰੀ ਗੁਰਸਿੱਖ ਉਥੋਂ ਫਿਰ ਸਾਧ ਸੰਗਤ ਜੀ ਸੂਖਸ਼ਮ ਹੋਈ ਗਲਤੀ ਦਾ ਲੇਖਾ ਧਰਮ ਰਾਜਾ ਵੀ ਨਹੀਂ ਪੁੱਛਦਾ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਰੱਖਿਆ ਕਰਦੇ ਆ, ਬਖਸ਼ਿਸ਼ ਕਰਦੇ ਹਨ। ਤੀਸਰੀ ਕ੍ਰਹਿਤ ਹੈ ਸਾਧ ਸੰਗਤ ਜੀ ਹਲਾਲ। ਮੁਸਲਮਾਨ ਲੋਕ ਜੀਵ ਨੂੰ ਕੋਹ ਕੇ ਮਾਰਦੇ ਨੇ, ਉਸ ਨੂੰ ਹਲਾਲ ਕਹਿੰਦੇ। ਹਲਾਲ ਦੇ ਅਰਥ ਹੁੰਦੇ ਹੱਕ। ਉਹ ਥੋੜੀ ਸ਼ੁਰੀ ਫਿਰਦੇ ਆ, ਫਿਰ ਕਲਮਾ ਪੜ੍ਹਦੇ ਆ, ਜ਼ਿਬਾ ਕਰਦੇ ਹਨ। ਕਈ ਕਹਿੰਦੇ ਆ ਝਟਕਾ ਕਰਕੇ ਮਾਸ ਖਾ ਲੈਣਾ ਚਾਹੀਦਾ। ਸਤ ਸੰਗਤ ਜੀ ਮਾਸ ਤਾਂ ਮਾਸ ਹੀ ਹੈ, ਕਿਸੇ ਤਰੀਕੇ ਨਾਲ ਉਹਦਾ ਸਿਫਤ ਕਰੋ। ਮਾਸ ਖਾਣ ਵਾਲਾ ਕਦੇ ਨਾਮ ਨਹੀਂ ਜਪ ਸਕਦਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦਾ ਨਾਮ ਲੈ ਕਰਕੇ ਕਹਿੰਦੇ ਨੇ ਕਿ ਗੁਰੂ ਸਾਹਿਬ ਨੇ ਖਾਲਸਾ ਸਿੰਘ ਸ਼ੇਰ ਸਾਜਿਆ, ਇਸ ਕਰਕੇ ਸ਼ੇਰ ਦੀ ਖੁਰਾਕ ਮਾਸ ਹੁੰਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਤੇ ਨਹੀਂ ਕਿਹਾ ਕਿ ਖਾਲਸਾ ਸੋਏ ਜੋ ਮਾਸ ਰਸ ਲਾਗੇ। ਖਾਲਸਾ ਮਹਾਰਾਜ ਸਾਹਿਬ ਨੇ ਕਿਹਾ ਖਾਲਸਾ ਸੋਏ ਨਾਮ ਰਸ ਲਾਗੇ। ਖਾਲਸਾ ਸੋਏ ਜੋ ਨਿੰਦਾ ਤਿਆਗੈ, ਖਾਲਸਾ ਸੋਏ ਜੋ ਲੜੇ ਹੋਇਆ ਹੈ। ਇਸ ਪ੍ਰਕਾਰ ਦੇ ਬਚਨ ਸਤਿਗੁਰੂ ਜੀ ਨੇ ਕਹੇ ਨੇ ਕਿ
ਕਿਤੇ ਵੀ ਮਹਾਰਾਜ ਨੇ ਮਾਸ ਖਾਣ ਦੀ ਆਗਿਆ ਨਹੀਂ ਦਿੱਤੀ। ਜਿਹੜੇ ਆਪਣੀ ਰਸਨਾ ਦੇ ਸਵਾਦ ਵਾਸਤੇ ਮਾਸ ਦਾ ਸੇਵਨ ਕਰਦੇ ਆ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਦਫ਼ਤਰ ਵਹੀ ਜਬ ਕਾਢ ਹੈ ਤਬ ਹੋਏ ਕੋ ਕੌਣ ਹਵਾਲ। ਜਦੋਂ ਲੇਖਾ ਜੋਖਾ ਹੁੰਦਾ ਹੈ ਨਾ ਕਿ ਤੂੰ ਇੰਨਿਆਂ ਦਾ ਗਲ ਵੱਢਿਆ ਏ, ਇੰਨੇ ਜਨਮ ਧਾਰ ਕੇ ਪਹਿਲਾਂ ਆਪਣਾ ਗਲ ਵਢਾਉਣਾ ਤੈਨੂੰ ਪਵੇਗਾ, ਫਿਰ ਤੇਰਾ ਹਿਸਾਬ ਹੋਵੇਗਾ। ਕਿਉਂਕਿ ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ, ਕਬੀਰ ਖੂਬ ਖਾਣਾ ਖਿਚੜੀ ਜਾ ਮਹਿ ਅੰਮ੍ਰਿਤ ਲੋਨ, ਹੀਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ। ਭਗਤ ਕਬੀਰ ਸਾਹਿਬ ਨੂੰ ਕਿਸੇ ਪੁੱਛਿਆ, ਕਬੀਰ ਸਾਹਿਬ ਜੀ ਤੁਸੀਂ ਨਹੀਂ ਮਾਸ ਖਾਂਦੇ, ਬੜਾ ਸਵਾਦ ਹੁੰਦਾ ਹੈ। ਭਗਤ ਕਬੀਰ ਸਾਹਿਬ ਕਹਿੰਦੇ ਭਾਈ ਖਿਚੜੀ ਦਾ ਖਾਣਾ ਚੰਗਾ ਏ ਜਿਹਦੇ ਵਿੱਚ ਘਿਓ ਤੇ ਲੂਣ ਪੈ ਕੇ ਅੰਮ੍ਰਿਤ ਵਰਗੀ ਸਵਾਦ ਬਣ ਜਾਂਦੀ ਹੈ। ਹੁਣ ਤਾਂ ਤੁਸੀਂ ਬੱਕਰਿਆਂ ਦੇ ਗਲ ਵੱਢ ਕੇ ਖਾਂਦੇ ਹੋ, ਸੁੱਕੇ ਮੁਰਗੇ ਤੰਦੂਰਾਂ ਤੇ ਬੈਠ ਕੇ ਖਾਂਦੇ ਹੋ, ਪਰ ਜਦੋਂ ਇਹਦੇ ਬਦਲੇ ਗਲ ਵਢਾਉਣਾ ਪਿਆ ਨਾ ਪਤਾ ਉਦੋਂ ਲੱਗੇਗਾ, ਜਦੋਂ ਹਿਸਾਬ ਦੇਣਾ ਪਿਆ ਪਤਾ ਉਦੋਂ ਲੱਗੇਗਾ। ਇਸ ਕਰਕੇ ਕਹਿੰਦੇ ਕੌਣ ਆਪਣਾ ਗਲ ਵਢਾਉਂਦਾ ਪਵੇ ਰਹੇ। ਇਸ ਕਰਕੇ ਅਸੀਂ ਭਾਈ ਮਾਸ ਦਾ ਖਾਣਾ ਨਹੀਂ ਚੰਗਾ ਸਮਝਦੇ, ਖਿਚੜੀ ਦਾ ਖਾਣਾ ਚੰਗਾ ਸਮਝਦੇ ਆ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਨ੍ਹਾਂ ਸਿੰਘਾਂ ਨੂੰ ਲੜਾਇਆ, ਮਾਸ ਦੀ ਤਾਕਤ ਉਹਨਾਂ ਅੰਦਰ ਨਹੀਂ ਲੜੀ, ਨਾ ਬਾਣੀ ਦੀ ਤਾਕਤ ਨਾਲ ਲੜੇ। ਬਾਬਾ ਦੀਪ ਸਿੰਘ ਸਾਹਿਬ ਜੀ 80 ਸਾਲ ਦੀ ਬਿਰਧ ਆਯੂ ਵਿੱਚ ਕੱਚੇ ਬੇਰ ਖਾ ਕਰਕੇ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆਪਣੇ ਹੱਥੀਂ ਲਿਖੇ ਅਤੇ ਫਿਰ ਆਪਣਾ ਸੀਸ ਤਲੀ ਤੇ ਰੱਖ ਕੇ ਜੰਗ ਕੀਤਾ। ਉਹ ਮਾਸ ਦੀ ਤਾਕਤ ਨਹੀਂ ਸੀ, ਨਾਮ ਦੀ ਤਾਕਤ ਸੀ। ਇਸ ਕਰਕੇ ਸਾਧ ਸੰਗਤ ਜੀ ਕਦੇ ਵਾਸਤੇ ਕਿਸੇ ਪ੍ਰਕਾਰ ਦੇ ਵੀ ਮਾਸ ਦਾ ਸੇਵਨ ਨਹੀਂ ਕਰਨਾ। ਜਿਸ ਕਿਸੇ ਵਸਤੂ ਦੇ ਵਿੱਚ, ਕਿਉਂਕਿ ਇਹੋ ਜਿਹੇ ਦੇਸ਼ ਵਿੱਚ ਅਨੇਕਾਂ ਪ੍ਰਕਾਰ ਦੀਆਂ ਇਹੋ ਜਿਹੀਆਂ ਚੀਜ਼ਾਂ ਜਿਨ੍ਹਾਂ ਵਿੱਚ ਪਤਾ ਨਹੀਂ ਲੱਗਦਾ, ਮਾਸ ਦੀ ਕਈ ਤਰੀਕਿਆਂ ਨਾਲ ਉਹਨਾਂ ਵਿੱਚ ਵਰਤੋਂ ਕੀਤੀ ਜਾਂਦੀ ਹੈ ਤੇ ਕਿੰਨੇ ਪ੍ਰਕਾਰ ਦੇ ਨਾਮ ਹਨ ਇਸ ਮਾਸ ਦੇ। ਅਨੇਕਾਂ ਤਰ੍ਹਾਂ ਦੇ ਉਹ ਨਾਮ ਜਿਹੜੇ ਉਹਨਾਂ ਚੀਜ਼ਾਂ ਉੱਤੇ ਲਿਖੇ ਹੁੰਦੇ ਆ। ਤੁਸੀਂ ਪੜ੍ਹੇ ਲਿਖੇ ਹੋ, ਜ਼ਰੂਰ ਇਸ ਗੱਲ ਨੂੰ ਵਾਚਣਾ। ਜਿਸ ਵਿੱਚ ਕਿਸੇ ਤਰ੍ਹਾਂ ਵੀ ਕਿਸੇ ਢੰਗ ਨਾਲ ਵੀ ਮਾਸ ਦਾ ਥੋੜਾ ਜਿੰਨਾ ਵੀ ਵਰਤੋਂ ਹੁੰਦੀ ਹੋਵੇ, ਉਸ ਵਸਤੂ ਦੇ ਘਰ ਵਿੱਚ ਪ੍ਰਯੋਗ ਨਹੀਂ ਕਰਨਾ, ਉਹਨੂੰ ਆਪਣੇ ਘਰ ਵਿੱਚ ਨਹੀਂ ਵਰਤਣਾ, ਉਹਨੂੰ ਛਕਣਾ ਛਕਾਉਣਾ ਨਹੀਂ। ਚੌਥੀ ਕਰਾਰ ਦਾ ਹਰਾਮ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ, ਏਕਾ ਨਾਰੀ ਜਤੀ ਹੋਏ ਪਾਲ ਨਾਰੀ ਧੀ ਭੈਣ ਵਖਾਣੈ। ਸਿੰਘਾਂ ਨੇ ਆਪ ਦੀ ਸਿੰਘਣੀ ਦੇ ਜਾਤ ਸਤ ਵਿੱਚ ਪਰਪੱਕ ਰਹਿਣਾ, ਬੀਬੀਆਂ ਨੇ ਆਪ ਦੇ ਸਿੰਘ ਦੇ ਜਾਤ ਸਤ ਵਿੱਚ ਪਰਪੱਕ ਰਹਿਣਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਸਰੀਰ ਕਰਕੇ ਕੋਈ ਵਿਚਾਰ ਕਰਦਾ ਹੈ, ਗਲਤੀ ਕਰਦਾ ਹੈ, ਵਿਕਾਰ ਭੋਗਦਾ ਹੈ, ਤਾਂ ਸਤਿਗੁਰੂ ਜੀ ਦੇ ਸ੍ਰੀ ਮੁਖਵਾਕ ਨੇ ਜੇ ਕਾਮਨ ਨਰਕ ਵਿਸਰਾਮਨ ਬਹੁ ਜੋਨੀ ਭਰਮਾਵਣੈ, ਬਹੁਤੀਆਂ ਜੂਨਾਂ ਵਿੱਚ ਭਟਕਣ ਦਾ ਕਾਰਨ ਬਣਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਅਲਪ ਸੁਖ ਅਵਿਦ ਚੰਚਲ ਊਚ ਨੀਚ ਸਮਾਵਣੈ। ਇਹਦਾ ਹੈ ਸੁਖ ਬਹੁਤ ਥੋੜਾ ਸਮੇਂ ਦਾ ਤੇ ਕਿੰਨੀ ਵਾਰ ਜੀਵ ਨੂੰ ਫਿਰ ਪਛਤਾਵਾ ਲੱਗਾ ਰਹਿੰਦਾ। ਸਤਿਗੁਰੂ ਜੀ ਤੋਂ ਵਿਛੜ ਕਰਕੇ ਟੁੱਟ ਕਰਕੇ ਵੀ ਕਾਹਦਾ ਜੀਵਨ ਨਰਕਾਂ ਦੀ ਵਿੱਚ ਸਜ਼ਾ ਭੋਗਣੀ ਪੈਂਦੀ ਹੈ। ਪਰ ਤੇਰਾ ਰਾਵਣ ਜਾਹੇ ਸੇਈ ਤਾਂ ਲਾਗੀ ਹੈ। ਮਹਾਰਾਜ ਕਹਿੰਦੇ ਨਿਮਕ ਕਾਮ ਸਵਾਦ ਕਾਰਨ ਘੜੀ ਦਿਨ ਸਰੰਗ ਮਾਣੈ, ਫਿਰ ਬਹੁਤ ਪਛਤਾਵਾ, ਬਾਰ ਇਹਦਾ ਪਛਤਾਵਾ ਹੀ ਪਛਤਾਵਾ। ਇਸੇ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨੇ ਐਸਾ ਕੰਮ ਮੂਲੇ ਨਾ ਕੀਤੇ। ਸਤਿਗੁਰੂ ਜੀ ਕਹਿੰਦੇ ਐਸਾ ਕੰਮ ਕਦੇ ਭੁੱਲ ਕੇ ਵੀ ਨਾ ਕਰੋ। ਜਿਸ ਕਰਕੇ ਮਹਾਰਾਜ ਕਹਿੰਦੇ ਜਿਤ ਅੰਤ ਪਛੋਤਾਈ ਹੈ, ਅੰਤ ਨੂੰ ਫਿਰ ਪਛਤਾਵਾ ਲੱਗੇ। ਚੰਗਾ ਕਰਮ ਕਰੋ, ਸੇਵਾ ਕਰਕੇ ਕਿੰਨਾ ਮਨ ਨੂੰ ਸੁਖ ਪ੍ਰਾਪਤ ਹੁੰਦਾ ਹੈ। ਗੁਰੂ ਸਾਹਿਬ ਦੀ ਬਾਣੀ ਪੜ੍ਹੀਏ ਮਨ ਹੌਲਾ ਹੋ ਜਾਂਦਾ ਹੈ, ਸਰੀਰ ਦਾ ਵੀ ਭਾਰ ਲੱਥ ਜਾਂਦਾ ਹੈ। ਇਸ ਕਰਕੇ ਵੱਧ ਤੋਂ ਵੱਧ ਬਾਣੀ ਪੜ੍ਹੀਏ, ਨਾਮ ਜਪੀਏ, ਸਤ ਸੰਗਤ ਕਰਦੇ ਰਹੀਏ। ਇਹਨਾਂ ਚੀਜ਼ਾਂ ਦਾ ਪ੍ਰਭਾਵ ਨਹੀਂ ਫਿਰ ਵਿਆਪਦਾ। ਪੰਜਵੀਂ ਕਰਾਇਤ ਦਾ ਸ਼ਰਾਬ, ਸ਼ਰ ਜਮਾ ਆਪ ਸਾਰੀਆਂ ਹੀ ਸ਼ਰਾਰਤਾਂ ਦਾ ਪਾਣੀ, ਜਿਨ੍ਹਾਂ ਦੈਂਤਾਂ ਦੀ ਜਿਸ ਨੂੰ ਖੁਰਾਕ ਮੰਨਿਆ ਗਿਆ ਹੈ। ਕਈ ਕਹਿੰਦੇ ਸ਼ਰਾਬ ਦੀ ਕਿਤੇ ਮਨਾਹੀ ਨਹੀਂ ਕੀਤੀ ਗਈ ਮਹਾਰਾਜ ਦੀ ਬਾਣੀ ਵਿੱਚ। ਸਤਿਗੁਰੂ ਜੀ ਕਹਿੰਦੇ ਨੇ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ, ਜਿਤ ਪੀਤਾ ਮਦ ਦੂਰ ਹੋਏ ਪਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ ਖਸਮੋ ਧੱਕੇ ਖਾਏ। ਇਹੋ ਜੀ ਹਾਲਤ ਹੁੰਦੀ ਹੈ। ਜਿਹੜਾ ਸਤ ਸੰਗਤ ਜੀ ਨਸ਼ੇ ਦਾ ਹੀ ਵਰਤੋਂ ਕਰਦਾ ਹੈ, ਉਹਨੂੰ ਆਪਣਾ ਆਪ ਹੀ ਭੁੱਲਿਆ ਰਹਿੰਦਾ ਪਰਮੇਸ਼ਰ ਨੂੰ ਕੀ ਮਿਲਣਾ ਹੈ। ਕਈਆਂ ਨੇ ਭੰਗ ਪੀ ਕਰਕੇ ਨਸ਼ੇ ਦਾ ਸੇਵਨ ਕਰਨ ਵਾਸਤੇ ਪ੍ਰੇਰਿਆ ਜੀ, ਇਹਦੇ ਨਾਲ ਬਿਰਤੀ ਬਹੁਤ ਜੁੜਦੀ ਹੈ। ਕਦੇ ਨਸ਼ਾ ਕਰਨ ਨਾਲ ਕਿਸੇ ਦੀ ਬਿਰਤੀ ਨਿਰੰਕਾਰ ਨਾਲ ਨਹੀਂ ਜੁੜ ਸਕਦੀ। ਸਭ ਝੂਠ ਹੈ, ਫਰੇਬ ਹੈ। ਇਹ ਜਿਹੜੇ ਸੰਸਾਰੀ ਨਸ਼ੇ ਹਨ ਸਾਧ ਸੰਗਤ ਜੀ ਸਰੀਰ ਨੂੰ ਗਾਲ ਦਿੰਦੇ ਨੇ। ਕਬੀਰ ਭਾਂਗ ਮਾਛਲੀ ਸੁਰਾਪਾਨ ਜੋ ਪ੍ਰਾਨੀ ਖਾਹੇ, ਤੀਰਥ ਵਰਤ ਤੇ ਨੇਮ ਕੀਏ ਸਭੈ ਰਸਤ ਰਜਾਹੇ। ਉਹਨਾਂ ਦੇ ਤੀਰਥ ਕੀਤੇ ਹੋਏ, ਨੇਮ ਕੀਤੇ ਹੋਏ, ਚੰਗੇ ਜਪ ਤਪ ਕੀਤੇ ਹੋਏ ਸਭ ਖੂਹ ਖਾਤੇ ਪੈ ਜਾਂਦੇ ਆ ਜਿਹੜੇ ਨਸ਼ੇ ਦਾ ਸੇਵਨ ਕਰਦੇ ਹਨ। ਸੰਸਾਰ ਵਿੱਚ ਕਿੰਨੇ ਨਸ਼ੇ ਚੱਲ ਚੁੱਕੇ ਨੇ ਜਿਨ੍ਹਾਂ ਦਾ ਨਾਮ ਹੀ ਸਾਧ ਸੰਗਤ ਜੀ ਲੈਣਾ ਔਖਾ ਹੈ। ਕਿਸੇ ਪ੍ਰਕਾਰ ਦੇ ਵੀ ਜਿਹੜੇ ਨਸ਼ੇ ਹਨ, ਦਵਾਈਆਂ ਆਦਿ ਜਿਹੜੇ ਟੀਕੇ ਨੇ, ਗੋਲੀਆਂ ਹਨ, ਕਿੰਨੇ ਪ੍ਰਕਾਰ ਦੇ ਨਸ਼ੇ ਨੇ। ਸਾਰੇ ਸਾਧ ਸੰਗਤ ਜੀ ਜਿੰਨੇ ਵੀ ਝੂਠੇ ਨਸ਼ੇ ਹਨ, ਇਹਨਾਂ ਨਸ਼ਿਆਂ ਦਾ ਕਦੇ ਵਾਸਤੇ ਵੀ ਸੇਵਨ ਨਹੀਂ ਕਰਨਾ। ਸਦਾ ਇਹਨਾਂ ਨਸ਼ਿਆਂ ਦਾ ਤਿਆਗ ਕਰਨਾ। ਕਦੇ ਸਾਧ ਸੰਗਤ ਜੀ ਇਹਨਾਂ ਨੂੰ ਸੇਵਨ ਕਰਨਾ ਤਾਂ ਦੂਰ ਦੀ ਬਾਤ, ਮਨ ਵਿੱਚ ਇਹਨਾਂ ਪ੍ਰਤੀ ਖਿਆਲ ਵੀ ਨਾ ਲਿਆਉਣਾ। ਖਾਲਸੇ ਨੇ ਇੱਕ ਸੱਚੇ ਨਸ਼ੇ ਦੇ ਧਾਰਨੀ ਹੋਣਾ ਹੈ, ਉਹ ਨਾਮ ਦਾ ਨਸ਼ਾ ਹੈ। ਸਤਿਗੁਰੂ ਜੀ ਕਹਿੰਦੇ ਨੇ ਨਾਮ ਖੁਮਾਰੀ ਨਾਨਕਾ ਚੜੀ ਰਹਿ ਦਿਨ ਰਾਤ।
ਨਾਮ ਦੀ ਖੁਮਾਰੀ ਫਿਰ ਰਾਤ ਦਿਨ ਨਹੀਂ ਉਤਰਦੀ। ਜੇ ਇੱਕ ਵਾਰੀ ਚੜੇ ਤਾਂ ਫਿਰ ਸਾਧ ਸੰਗਤ ਜੀ ਇਹ ਨਸ਼ਾ ਭੰਗ ਨਹੀਂ ਹੁੰਦਾ, ਚਾਹੇ ਫਿਰ ਆਰਾ ਸਰੀਰ ਤੇ ਫਿਰ ਜਾਵੇ, ਚਾਹੇ ਚਰਖੜੀ ਤੇ ਚੜ ਦੇਵੇ, ਚਾਹੇ ਫਿਰ ਸਾਧ ਸੰਗਤ ਜੀ ਖੋਪਰਾ ਉਤਰਦਾ ਹੋਵੇ, ਇਹ ਨਾਮ ਦਾ ਨਸ਼ਾ ਕਦੇ ਫਿਰ ਲੈਂਦਾ ਨਹੀਂ। ਜਿਹਨੂੰ ਇੱਕ ਵਾਰ ਚੜ ਜਾਵੇ, ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਨਾਲ ਖਾਲਸੇ ਨੇ ਇਸ ਨਾਮ ਦੇ ਨਸ਼ੇ ਦੇ ਧਾਰ ਨਹੀਂ ਹੋਣਾ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਗੇ ਹਨ 5 ਤਖਤ ਸਾਹਿਬ। ਪਹਿਲਾ ਤਖਤ ਹੈ ਸ੍ਰੀ ਅਕਾਲ ਤਖਤ ਸਾਹਿਬ, ਜਿਸ ਦੀ ਰਚਨਾ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕੀਤੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਬਿਲਕੁਲ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਾਵਨ ਪਵਿੱਤਰ ਇਮਾਰਤ ਸੁਭਾਇਮਾਨ ਹੈ। ਦੂਸਰਾ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਵਿੱਚ ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਅਵਤਾਰ ਧਾਰਨ ਵਾਲਾ ਅਸਥਾਨ ਹੈ। ਤੇ ਤੀਸਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਾਬੋ ਕੀ ਸਾਧ ਸੰਗਤ ਜੀ, ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹੈ, ਜੋ ਖਾਲਸੇ ਦਾ ਜਨਮ ਅਸਥਾਨ ਹੈ। ਚੌਥਾ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਦੇ ਵਿੱਚ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਵੀਰ ਆਸਣ ਲਾ ਕਰਕੇ ਆਪਣੇ ਕੰਠ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਉਚਾਰਨ ਕੀਤੀ ਅਤੇ ਸਾਰੇ ਸਿੰਘਾਂ ਨੂੰ ਮਹਾਰਾਜ ਜੀ ਨੇ ਹੱਥ ਪੜਾਏ। ਜਿਨ੍ਹਾਂ ਸਿੰਘਾਂ ਨੇ ਮਹਾਰਾਜ ਦੀ ਰਸਨਾ ਤੋਂ ਹੱਥ ਸੁਣੇ ਸਨ, ਉਹ 48 ਦੇ 48 ਸਿੰਘ ਬਦੇ ਮੁਕਤ ਹੋਏ ਸਨ। ਇਸ ਪ੍ਰਕਾਰ ਸਾਧ ਸੰਗਤ ਜੀ, ਪੰਜਵਾਂ ਤਖਤ ਹੈ ਤਖਤ ਸ੍ਰੀ ਹਜੂਰ ਸਾਹਿਬ ਨੰਦੇੜ ਮਹਾਰਾਸ਼ਟਰ ਦੇ ਵਿੱਚ। ਇਸ ਅਸਥਾਨ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸੱਚਖੰਡ ਗਮਨ ਕੀਤਾ ਸੀ। ਸੱਚੇ ਪਾਤਸ਼ਾਹ ਮਹਾਰਾਜ ਦੇ ਇਹਨਾਂ 5 ਤਖਤਾਂ ਦੇ ਆਪਣੇ ਜੀਵਨ ਵਿੱਚ ਇੱਕ ਵਾਰ ਜ਼ਰੂਰ ਦਰਸ਼ਨ ਕਰਨੇ। ਜਦੋਂ ਦਰਸ਼ਨ ਕਰਨ ਵਾਸਤੇ ਜਾਣਾ, 5 ਰੁਪਏ ਗੁਰੂ ਕੀ ਗੋਲਕ ਵਿੱਚ ਪਾਉਣੇ, 5 ਰੁਪਈਆਂ ਦੀ ਕੜਾਹ ਪ੍ਰਸ਼ਾਦ ਦੀ ਦੇਗ ਕਰਾਉਣੀ। ਹੋਰ ਵੱਧ ਤੋਂ ਵੱਧ ਜਿੰਨੀ ਵੀ ਮਾਇਆ ਮਹਾਰਾਜ ਦੀ ਗੋਲਕ ਵਿੱਚ ਭੇਟ ਕਰ ਸਕੋ ਜਾਂ ਕੜਾਹ ਪ੍ਰਸ਼ਾਦ ਦੀ ਦੇਗ ਕਰਾਵੋ ਤਾਂ ਇਹਦਾ ਲਾਭ ਹੀ ਲਾਭ ਹੈ। 5 ਰੁਪਏ ਦੀ ਦੇਗ ਤੇ 5 ਰੁਪਏ ਗੋਲਕ ਵਿੱਚ ਪਾਉਣੇ, ਮਰਿਆਦਾ ਅਨੁਸਾਰ ਵੱਧ ਜਿੰਨੇ ਪਾਵੋਗੇ ਤੁਹਾਨੂੰ ਉਹਦਾ ਫਲ ਪ੍ਰਾਪਤ ਹੋਵੇਗਾ। ਅੱਗੇ ਹਰ ਸਾਧ ਸੰਗਤ ਜੀ, 5 ਨਾਲ ਮੇਲ ਨਹੀਂ ਕਰਨਾ, ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ, ਨੜੀ ਮਾਰ, ਕੁੜੀ ਵੇਚ, ਸਿਰ ਗੁੰਮ ਤੇ ਮੋਨੇ। ਨੜੀ ਮਾਰ ਤਮਾਕੂ ਵਰਤਣ ਵਾਲਿਆਂ ਨੂੰ ਕਿਹਾ ਜਾਂਦਾ ਹੈ। ਜਿਸ ਦਾ ਕਿਸੇ ਵੀ ਪ੍ਰਕਾਰ ਦਾ ਕੋਈ ਤਮਾਕੂ ਦਾ ਸਾਧ ਸੰਗਤ ਜੀ ਕਾਰੋਬਾਰ ਹੈ, ਵਿਹਾਰ ਹੈ, ਉਸ ਨੂੰ ਮਹਾਰਾਜ ਸਾਹਿਬ ਜੀ ਨੇ ਮਰਿਆਦਾ ਅਨੁਸਾਰ ਰਹਿਤਨਾਮਿਆਂ ਵਿੱਚ ਨੜੀ ਮਾਰ ਦੱਸਿਆ ਹੈ। ਕੁੜੀ ਮਾਰ ਪਿਛਲੇ ਸਮੇਂ ਦੇ ਵਿੱਚ ਜਨਮ ਲੈਣ ਤੋਂ ਉਪਰੰਤ ਬੱਚੀਆਂ ਦਾ ਕਤਲ ਕਰ ਦਿੱਤਾ ਜਾਂਦਾ ਸੀ ਕਿ ਸਮਾਜ ਤੇ ਬੋਝ ਹਨ, ਤੇ ਹੁਣ ਸਮਾਂ ਤਰੱਕੀ ਕਰ ਗਿਆ, ਮਾਤਾ ਦੇ ਗਰਭ ਵਿੱਚ ਹੀ ਹੱਤਿਆ ਕਰ ਦਿੱਤੀ ਜਾਂਦੀ ਹੈ ਲੜਕੀ ਦੀ। ਸਾਧ ਸੰਗਤ ਜੀ, ਜਿਹੜੇ ਐਸਾ ਘੋਰ ਪਾਪ ਕਰਦੇ ਆ ਉਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ। ਅੱਗੇ ਹਨ ਕੁੜੀ ਵੇਚ, ਧੀਆਂ ਭੈਣਾਂ ਦੇ ਪੈਸੇ ਲੈ ਕਰਕੇ ਫਿਰ ਉਹਨਾਂ ਨੂੰ ਵਿਆਹ ਦੇਣ ਵਾਲੇ ਜਾਂ ਉਹਨਾਂ ਨੂੰ ਉਵੇਂ ਹੀ ਵੇਚ ਦੇਣ ਵਾਲੇ। ਚੌਥੇ ਹਨ ਸਿਰ ਗੁੰਮ, ਦੁਆਲਿਓਂ ਕੇਸ ਰੱਖਣ ਵਾਲੇ, ਵਿਚਕਾਰੋਂ ਕੇਸ ਕਟਾਉਣ ਵਾਲੇ। ਦਿਖਾਵਾ ਸਿੱਖੀ ਦਾ ਕਰਦੇ ਆ ਪਰ ਸਿੱਖੀ ਉਹਨਾਂ ਕੋਲ ਹੁੰਦੀ ਨਹੀਂ। ਪੰਜਵੇਂ ਸਾਧ ਸੰਗਤ ਜੀ, ਸਾਰਾ ਹੀ ਮੂੰਹ ਸਿਰ ਮਨਾਉਣ ਵਾਲੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ। ਸਮਾਜ ਵਿੱਚ ਵਿਚਰਦਿਆਂ ਹੋਇਆਂ ਤੁਹਾਨੂੰ ਇਹਨਾਂ ਨਾਲ ਜੇ ਮੇਲ ਜੋਲ ਰੱਖਣਾ ਪੈਂਦਾ ਹੈ ਤਾਂ ਇਸ ਤਰੀਕੇ ਦਾ ਮੇਲ ਜੋਲ ਰੱਖਣਾ ਕਿ ਤਾਂ ਜੋ ਉਸ ਨੂੰ ਪ੍ਰੇਰ ਕਰਕੇ ਗੁਰੂ ਸਾਹਿਬ ਦੇ ਲੜ ਲਾ ਦੇ। ਇਹ ਨਹੀਂ ਕਿ ਉਹਦੀ ਪ੍ਰੇਰਨਾ ਥੱਲੇ ਆ ਕਰਕੇ ਆਪ ਹੀ ਸਿੱਖੀ ਤੋਂ ਮੁਨਕਰ ਹੋ ਬੈਠੋ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਬੀਰ, ਸੰਤ ਨਾ ਛਾੜੇ ਸੰਤਈ, ਜੋ ਕੋਟਕ ਮਿਲੇ ਅਸੰਤ, ਮਰਿਆਗਰ ਭਯੰਗਮ ਵੇਢਿਓ ਤਾਂ ਸੀਤਲਤਾ ਨਾ ਤਜੰਤ। ਕਹਿੰਦੇ ਨੇ ਜਿਹੜਾ ਚੰਦਨ ਦਾ ਰੁੱਖ ਹੁੰਦਾ ਏ, ਉਹਦੇ ਕੋਲ ਸੱਪ ਆ ਕੇ ਉਹਦੇ ਨਾਲ ਲਪੇਟੇ ਮਾਰ ਲੈਂਦੇ ਆ। ਸੱਪ ਬਹੁਤ ਚੰਬੜੇ ਹੁੰਦੇ ਆ ਚੰਦਨ ਦੇ ਰੁੱਖ ਨਾਲ, ਕਿਉਂਕਿ ਠੰਡਾ ਹੁੰਦਾ ਨਾ, ਚੰਦਨ ਬਹੁਤ ਠੰਡਾ ਹੁੰਦਾ। ਸੱਪ ਆਪਣੀ ਜ਼ਹਿਰ ਨੂੰ ਸ਼ਾਂਤ ਕਰਨ ਵਾਸਤੇ ਉਹਦੇ ਲਾਗੇ ਆ ਜਾਂਦੇ ਆ, ਉਹਦੇ ਰੁੱਖ ਨਾਲ ਚਿੰਬੜੇ ਰਹਿੰਦੇ, ਬਹੁਤ ਸੱਪ ਹੁੰਦੇ ਆ। ਕਹਿੰਦੇ ਨੇ ਚੰਦਨ ਜਿਹੜਾ ਏ ਉਹ ਸੱਪਾਂ ਦੀ ਜ਼ਹਿਰ ਤਾਂ ਨਹੀਂ ਧਾਰਨ ਕਰਦਾ ਨਾ, ਸੱਪਾਂ ਦੀ ਜ਼ਹਿਰ ਨੂੰ ਸਗੋਂ ਸ਼ਾਂਤ ਕਰ ਦਿੰਦਾ, ਠੰਡ ਪਹੁੰਚਾ ਦਿੰਦਾ ਹੈ ਸੱਪਾਂ ਨੂੰ। ਗੁਰੂ ਕੇ ਸਿੱਖ ਦਾ ਜੀਵਨ ਚੰਦਨ ਵਰਗਾ ਹੋਵੇ। ਜਿਹੜਾ ਕੋਈ ਮਨਮੁਖ ਇਹੋ ਜਿਹਾ ਸਾਧ ਸੰਗਤ ਜੀ ਨੜੀ ਮਾਰ, ਕੁੜੀ ਮਾਰ ਵੀ ਜੇ ਕੋਲ ਆਵੇ ਨਾ ਤਾਂ ਉਸ ਦਾ ਵੀ ਭਲਾ ਕਰੇ, ਉਹਦੇ ਅੰਦਰੋਂ ਵੀ ਮਨਮੁਖਤਾਈ ਦੀ ਜ਼ਹਿਰ ਨੂੰ ਸ਼ਾਂਤ ਕਰੇ, ਗੁਰੂ ਕੀ ਸਿੱਖੀ ਦਾ ਉਪਦੇਸ਼ ਦੇਵੇ। ਤੇ ਜੇ ਅਸੀਂ ਕਹੀਏ ਕਿ ਇਹਨਾਂ ਨਾਲ ਬੋਲਣਾ ਨਹੀਂ, ਮਿਲਣਾ ਨਹੀਂ, ਤਾਂ ਫਿਰ ਸਾਧ ਸੰਗਤ ਜੀ ਸਮਾਜ ਵਿੱਚ ਵਿਚਰਿਆ ਨਹੀਂ ਜਾਂਦਾ। ਉਹਨਾਂ ਨਾਲ ਪਰਿਵਾਰਕ ਸਾਂਝ ਨਹੀਂ ਪੈਦਾ ਕਰਨੀ ਜਿਹੜਾ ਗੁਰੂ ਦਾ ਸਿੱਖ ਨਾ ਹੋਵੇ। ਰਿਸ਼ਤੇਦਾਰੀ ਦੀ ਤੇ ਕਾਰੋਬਾਰ ਦੀ ਸਾਂਝ ਨਹੀਂ ਪੈਦਾ ਕਰਨੀ, ਕਿਉਂਕਿ ਫਿਰ ਇਹਦੇ ਵਿੱਚ ਸਾਧ ਸੰਗਤ ਜੀ ਕੋਈ ਨਾ ਕੋਈ ਧੋਖਾ ਹੋ ਜਾਂਦਾ, ਗੁਰੂ ਸਾਹਿਬ ਦੀ ਜਾਮਨ ਨਹੀਂ ਹੁੰਦੀ। ਅੱਗੇ ਸਾਧ ਸੰਗਤ ਜੀ, 5 ਦਾ ਵਿਸਾਰ ਨਹੀਂ ਕਰਨਾ। ਮੀਣੇ ਮਸੰਦ ਧੀਰ ਮਲੀਏ, ਰਾਮ ਰਾਈਏ ਤੇ ਗੰਗੂ ਸਾਈਏ। ਮੀਣੇ ਉਹਨਾਂ ਨੂੰ ਕਿਹਾ ਜਾਂਦਾ ਜਿਹੜੇ ਮੁਖ ਤੋਂ ਮਿੱਠੀਆਂ ਗੱਲਾਂ ਕਰਦੇ ਆ ਪਰ ਹਿਰਦੇ ਵਿੱਚ ਖੋਟ ਰੱਖਦੇ ਆ। ਮਸੰਦ ਉਹਨਾਂ ਨੂੰ ਕਹਿੰਦੇ ਨੇ ਜਿਹੜੇ ਗੁਰੂ ਘਰ ਦੀ ਕਾਰ ਭੇਟਾ ਆਪਣੇ ਨਿੱਜੀ ਕਾਰਜਾਂ ਵਿੱਚ ਵਰਤਦੇ ਹਨ।
ਤੇ ਸਾਧ ਸੰਗਤ ਜੀ ਧੀਰਮਲ ਜਿਹੜਾ ਸਦਾ ਹੀ ਗੁਰੂ ਸਾਹਿਬ ਜੀ ਤੋਂ ਉਲਟ ਚੱਲਿਆ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਵਿਰੋਧ ਕੀਤਾ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੇ ਬਰਖਲਾਫ ਸ਼ਾਹਜਹਾਂ ਬਾਦਸ਼ਾਹ ਨੂੰ ਚਿੱਠੀਆਂ ਲਿਖਦਾ ਰਿਹਾ। ਅਤੇ ਸਾਧ ਸੰਗਤ ਜੀ ਰਾਮ ਰਾਏ ਜੋ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਵੱਡੇ ਪੁੱਤਰ ਸਨ, ਉਹਨਾਂ ਨੇ ਦਿੱਲੀ ਦੇ ਵਿੱਚ ਬਾਦਸ਼ਾਹ ਔਰੰਗਜ਼ੇਬ ਦੇ ਸਾਹਮਣੇ ਗੁਰੂ ਸਾਹਿਬ ਦੀ ਬਾਣੀ ਜ਼ੁਬਾਨੀ ਬਦਲ ਦਿੱਤੀ ਸੀ। ਜਦੋਂ ਔਰੰਗਜ਼ੇਬ ਨੂੰ ਉਹਦੇ ਮੁਲਾਨਿਆਂ ਨੇ ਕਿਹਾ ਕਿ ਗੁਰਬਾਣੀ ਦੇ ਵਿੱਚ ਸ਼ਰ੍ਹਾ ਦੇ ਉਲਟ ਲਿਖਿਆ ਹੋਇਆ, ਤਾਂ ਔਰੰਗਜ਼ੇਬ ਨੇ ਜਦੋਂ ਪੁੱਛਿਆ, ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਕਿਹਾ ਸੀ, ਪੁੱਤਰ ਔਰੰਗਜ਼ੇਬ ਦੇ ਕਿਤੇ ਜ਼ਬੇ ਥੱਲੇ ਨਾ ਆਵੀਂ, ਸਦਾ ਹੀ ਸੱਚ ਬੋਲੀ, ਇਹੋ ਜਿਹਾ ਬਚਨ ਨਾ ਕਰੀ ਕਿ ਜਿਸ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਘਰ ਦੀ ਲਹਾਈ ਹੋਵੇ, ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਨਿਰਾਦਰ ਹੋਵੇ। ਪਰ ਬਾਬਾ ਰਾਮ ਰਾਏ ਪਿਤਾ ਸਤਿਗੁਰੂ ਦੇ ਬਚਨਾਂ ਨੂੰ ਭੁੱਲ ਕਰਕੇ ਤੇ ਸਮੇਂ ਖੁਸ਼ਾਮਦ ਕਰ ਦਿੱਤੀ। ਔਰੰਗਜ਼ੇਬ ਜੀ ਕਿਹਾ, ਨਹੀਂ ਬਾਦਸ਼ਾਹ, ਉੱਥੇ ਮਿੱਟੀ ਮੁਸਲਮਾਨ ਕੀ ਨਹੀਂ, ਮਿੱਟੀ ਬੇਈਮਾਨ ਕੀ ਸ਼ਬਦ ਲਿਖਿਆ ਹੋਇਆ। ਤਦ ਦੇ ਸਮੇਂ ਸਤਿਗੁਰੂ ਜੀ ਨੂੰ ਜਦੋਂ ਦਿੱਲੀ ਦੀ ਸੰਗਤ ਨੇ ਦੱਸਿਆ ਮਹਾਰਾਜ ਆਪ ਜੀ ਦੇ ਪੁੱਤਰ ਨੇ ਆਹ ਕਰਮ ਕੀਤਾ, ਤਾਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨਾਰਾਜ਼ ਹੋ ਗਏ। ਸਤਿਗੁਰੂ ਜੀ ਨੇ ਤੇ ਸਮੇਂ ਵੀਰ ਰਾਸ ਵਿੱਚ ਆ ਕੇ ਆਪਣੇ ਮੁਖ ਤੋਂ ਬਚਨ ਕਹੇ, ਰਾਮ ਰਾਏ ਜਿੱਧਰ ਨੂੰ ਮੂੰਹ ਹੈ ਉਧਰ ਨੂੰ ਚਲਿਆ ਜਾ, ਜੀਵਨ ਪਰਯੰਤ ਸਾਡੇ ਮੱਥੇ ਨਾ ਲੱਗੀ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਰਾਮ ਰਾਏ ਨੂੰ ਸਦਾ ਵਾਸਤੇ ਤਿਆਗ ਦਿੱਤਾ। ਫਿਰ ਸਤ ਸੰਗਤ ਜੀ ਅੱਗੇ ਹਨ ਸਤ ਸੰਗਤ ਜੀ ਧੀਰਮਲੀਏ, ਰਾਮ ਰਾਈਏ ਤੇ ਗੰਗੂ ਸ਼ਾਹੀਏ ਪੰਜਵੇਂ ਥਾਂ ਤੇ। ਗੰਗੂ ਸ਼ਾਹੀਏ ਜਿਨ੍ਹਾਂ ਨੇ, ਜਿਸ ਬ੍ਰਾਹਮਣ ਗੰਗੂ ਨੇ ਸਤਿਗੁਰੂ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਮੋਰਿੰਡੇ ਦੇ ਨਵਾਬ ਕੋਲ ਫੜਾ ਕਰਕੇ ਸਰਹੰਦ ਪਹੁੰਚਾ ਕਰਕੇ ਨੀਹਾਂ ਦੇ ਵਿੱਚ ਚੜਵਾ ਕਰਕੇ ਸ਼ਹੀਦ ਕਰਵਾ ਦਿੱਤਾ ਸੀ। ਗੁਰੂ ਪਿਆਰੀ ਸਾਧ ਸੰਗਤ ਜੀ, ਇਹਨਾਂ ਦੀ ਸੋਚ ਰੱਖਣ ਵਾਲਾ ਅੱਜ ਵੀ ਕੋਈ ਮਨੁੱਖ ਹੋਵੇ ਜਿਹੜਾ ਹਿਰਦੇ ਵਿੱਚ ਖੋਟ ਰੱਖੇ, ਮੁਖ ਤੋਂ ਮਿੱਠੀਆਂ ਗੱਲਾਂ ਕਰੇ, ਗੁਰੂ ਘਰ ਦੀ ਭੇਟਾ, ਗੁਰੂ ਘਰ ਦੀ ਮਾਇਆ ਆਪਣੇ ਘਰ ਲਿਜਾਵੇ, ਜਾਂ ਧੀਰਮਲ ਵਰਗਾ ਉਹਦਾ ਸੁਭਾਅ ਹੋਵੇ, ਸਦਾ ਹੀ ਗੁਰੂ ਸਾਹਿਬ ਜੀ ਦੇ ਉਲਟ ਗੱਲ ਕਰੇ, ਗੁਰੂ ਪੰਥ ਦੇ ਉਲਟ ਚੱਲੇ, ਜਾਂ ਉਹਦਾ ਸਤ ਸੰਗਤ ਜੀ ਰਾਮ ਰਾਏ ਵਰਗਾ ਸੁਭਾਅ ਹੋਵੇ, ਜਾਂ ਇਸ ਪ੍ਰਕਾਰ ਸਤ ਸੰਗਤ ਜੀ ਗੰਗੂ ਸ਼ਾਹੀਆਂ ਵਰਗੀਆਂ ਆਦਤਾਂ ਹੋਣ ਕਿ ਗੁਰੂ ਮਹਾਰਾਜ ਸਾਹਿਬ ਜੀ ਦੀਆਂ ਘਰ ਦੀਆਂ ਜਾ ਕਰਕੇ ਗੱਲਾਂ ਸਰਕਾਰਾਂ ਤੱਕ ਪਹੁੰਚਾਉਣੀਆਂ। ਇਸ ਪ੍ਰਕਾਰ ਦਾ ਅੱਜ ਵੀ ਕੋਈ ਮਨੁੱਖ ਹੈ ਨਾ, ਉਹਦਾ ਵਸਾ ਨਹੀਂ ਕਰਨਾ। ਉਹ ਤੋਂ ਸੁਚੇਤ ਰਹਿਣਾ, ਸਾਵਧਾਨ ਰਹਿਣਾ, ਕਿਉਂਕਿ ਕਿਸੇ ਚੀਜ਼ ਦਾ ਜਿਵੇਂ ਬੀਜ ਨਾਸ਼ ਨਹੀਂ ਹੁੰਦਾ, ਰਾਮ ਰਾਈਆਂ ਦੀਆਂ ਸਜੇ ਵੀ ਪੰਥ ਵਿੱਚ ਕਈ ਤੁਰੇ ਫਿਰਦੇ ਹਨ ਜਿਹੜੇ ਗੁਰੂ ਮਹਾਰਾਜ ਸਾਹਿਬ ਦੀ ਬਾਣੀ ਨੂੰ ਕਹਿੰਦੇ ਆ ਦਸਮ ਦੀ ਬਾਣੀ, ਗੁਰੂ ਕੀ ਬਾਣੀ ਨਹੀਂ, ਜਾਂ ਇਸ ਪ੍ਰਕਾਰ ਰਾਗ ਮਾਲਾ ਗੁਰੂ ਕੀ ਬਾਣੀ ਨਹੀਂ। ਇਸ ਪ੍ਰਕਾਰ ਸਾਧ ਸੰਗਤ ਜੀ ਸੁਚੇਤ ਰਹਿਣਾ, ਸਾਵਧਾਨ ਰਹਿਣਾ, ਅੱਖਰ ਅੱਖਰ ਤੇ ਗੁਰੂ ਭਾਵਨਾ ਰੱਖਣੀ। ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਇੱਕ ਅੱਖਰ ਗੁਰੂ ਰੂਪ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨੰਦੇੜ ਦੀ ਧਰਤੀ ਤੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ। ਸਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਗੁਰੂ ਜਾਣ ਕਰਕੇ ਅਦਬ ਤੇ ਸਤਿਕਾਰ ਕਰਨਾ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਪੰਜ ਹਨ ਜਿਨ੍ਹਾਂ ਦਾ ਵਸਾ ਨਹੀਂ ਕਰਨਾ, ਸਦਾ ਸਾਵਧਾਨ ਰਹਿਣਾ, ਸੁਚੇਤ ਰਹਿਣਾ ਕਿ ਕਿਤੇ ਤੁਹਾਡੇ ਉੱਤੇ ਐਸਾ ਵਾਲਛਲ ਕਰਕੇ ਆਪਣੇ ਬੁਰੇ ਕਰਮ ਦਾ ਪ੍ਰਭਾਵ ਨਾ ਪਾ ਦੇਵੇ। ਗੁਰੂ ਪਿਆਰੀ ਸਾਧ ਸੰਗਤ ਜੀ ਖਾਲਸੇ ਦੇ 4 ਮੁੱਖ ਰੰਗ ਹਨ, ਕੇਸਰੀ ਤੇ ਨੀਲਾ, ਚਿੱਟਾ ਤੇ ਕਾਲਾ। ਇਹ 4 ਮੁੱਖ ਰੰਗ ਨੇ ਸਾਧ ਸੰਗਤ ਜੀ। ਇਸ ਪ੍ਰਕਾਰ ਜਿਹੜਾ ਕਸ਼ਹਿਰਾ ਪਹਿਨਣਾ ਉਹ ਚਿੱਟੇ ਰੰਗ ਦਾ ਜਾਂ ਹੋਰ ਫਿੱਕੇ ਰੰਗ ਦਾ ਪਹਿਨਿਆ ਜਾ ਸਕਦਾ ਹੈ। ਕਾਲੇ ਰੰਗ ਦਾ, ਕੇਸਰੀ ਜਾਂ ਨੀਲੇ ਰੰਗ ਦਾ ਕਦੇ ਕਸ਼ਹਿਰਾ ਬਣਾ ਕਰਕੇ ਨਹੀਂ ਪਾਉਣਾ, ਕਿਉਂਕਿ ਨੀਲਾ ਰੰਗ ਤੇ ਕੇਸਰੀ ਰੰਗ ਸਾਡੇ ਸ਼ਹੀਦਾਂ ਦੇ ਰੰਗ ਹਨ, ਸਤਿਕਾਰਤ ਰੰਗ ਹਨ। ਇਹਨਾਂ ਰੰਗਾਂ ਦੇ ਕਦੇ ਕਸ਼ਹਿਰੇ ਬਣਾ ਕਰਕੇ ਨਹੀਂ ਪਾਉਣੇ। ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਅਨੇਕਾਂ ਸਿੰਘਾਂ ਨੇ ਸਾਧ ਸੰਗਤ ਜੀ ਇਸ ਨਿਸ਼ਾਨ ਦੇ ਥੱਲੇ ਆਪਣੇ ਸਰੀਰ ਦਾ ਖੂਨ ਡੋਲਿਆ। ਇਹ ਬਹੁਤ ਅਦਬ ਤੇ ਸਤਿਕਾਰਯੋਗ ਰੰਗ ਹਨ। ਸਦਾ ਹੀ ਇਹਨਾਂ ਰੰਗਾਂ ਦਾ ਸਤਿਕਾਰ ਕਰਨਾ। ਕਦੇ ਪੈਰਾਂ ਵਿੱਚ ਇਹਨਾਂ ਰੰਗਾਂ ਨੂੰ ਪੀਲੇ ਰੰਗ ਦਾ, ਕੇਸਰੀ ਰੰਗ ਦੀ ਦਸਤਾਰ ਜਾਂ ਕੇਸਰੀ ਰੰਗ ਦਾ ਕੱਪੜਾ ਹੋਵੇ, ਉਸ ਦਾ ਸਦਾ ਅਦਬ ਤੇ ਸਤਿਕਾਰ ਕਰਨਾ। ਦੋਹਾਂ ਰੰਗਾਂ ਦਾ ਤਿਆਗ ਕਰਕੇ ਸਦਾ ਆਪਣੇ ਜੀਵਨ ਵਿੱਚੋਂ ਚੱਲਣਾ। ਰੰਗ ਕੋਈ ਮਾੜੇ ਨਹੀਂ ਹੁੰਦੇ, ਪਰ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਨ੍ਹਾਂ ਕਾਰਨਾਂ ਕਰਕੇ ਵਿਵਰਜਿਤ ਕੀਤਾ ਹੈ, ਸਤਿਗੁਰੂ ਜੀ ਕਹਿੰਦੇ ਨੇ ਸੂਹਾ ਪੈਣ ਲਏ ਨਿਸਵਾਰ ਕਹਿ ਗੋਬਿੰਦ ਸਿੰਘ ਜਮ ਕਰੇ ਖੁਆਰ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਸੂਹੇ ਰੰਗ ਪਹਿਨਣੇ, ਨਸਵਾਰਾਂ ਲੈਣੀਆਂ, ਟੇਢੀ ਬਾਗ ਟੇਢੇ ਟੇਢੇ ਚੱਲੇ ਲਾਗੇ ਪੀੜੇ ਖਾਨ। ਭਾਉ ਭਗਤੇ ਸਿਉ ਕਾਜ ਨਾ ਕਛੂਏ ਮੇਰੋ ਕਾਮ ਦੀਵਾਨ। ਉਹ ਕਹਿੰਦੇ ਭਗਤੀ ਕਰਨ ਨਾਲ, ਨਾਮ ਜਪਣ ਨਾਲ ਸਾਡਾ ਕੀ ਕੰਮ ਹੈ? ਸਾਡਾ ਹੀ ਵਜ਼ੀਰਾਂ ਨਾਲ ਗੱਲਬਾਤ ਹੈ, ਰਾਜਿਆਂ ਨਾਲ ਬਹਿਣ ਖਲੋਣ ਹੈ। ਗੁਰੂ ਪਿਆਰੀ ਸਾਧ ਸੰਗਤ ਜੀ ਇਹੋ ਜਿਹੇ ਚਮਕੀਲੇ ਭੜਕੀਲੇ ਵਿਕਾਰਾਂ ਨੂੰ ਪੈਦਾ ਕਰਨ ਵਾਲੇ ਰੰਗਾਂ ਦਾ ਕਦੇ ਵਾਸਤੇ ਵੀ ਸੇਵਨ ਨਹੀਂ ਕਰਨਾ, ਭਾਵ ਇਹਨਾਂ ਨੂੰ ਧਾਰਨ ਨਹੀਂ ਕਰਨਾ।
ਤੇ ਐਸੇ ਵਸਤਰ ਨਹੀਂ ਪਹਿਨਣੇ ਜਿਹੜਾ ਕਿਸੇ ਦਾ ਸਤ ਸੰਗਤ ਜੀ ਮਨ ਵਿਕਾਰੀ ਹੋਵੇ, ਸਾਦਗੀ ਦੇ ਵਿੱਚ ਰਹਿਣਾ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਨ ਪਟ ਅੰਦਰ ਬਾਹਰ ਕੁੱਦੜ ਤੇ ਭਲੇ ਸੰਸਾਰ ਤੇ ਨਿਹੋ ਲੱਗਾ ਰੱਬ ਸਿੱਧੀ ਦੇਖਨੇ ਵਿਚਾਰ। ਰੰਗ ਹੱਸੈ ਰੰਗ ਰੋਵੇ ਚੁੱਪ ਵੀ ਕਰ ਜਾਹੇ, ਪ੍ਰਵਾਹ ਨਹੀਂ ਕਿਸੇ ਕੇਰੀ ਬਾਝ ਸੱਚੇ ਨਾਹੇ। ਇਹੋ ਜਿਹਾ ਜੀਵਨ ਬਣਾਉਣਾ, ਆਪਣੇ ਅੰਦਰ ਨਾਮ ਦਾ ਰੇਸ਼ਮੀ ਵਸਤਰ ਜਿਹੜਾ ਉਹ ਸਤ ਸੰਗਤ ਜੀ ਧਾਰਨ ਕਰਨਾ। ਬਾਹਰੋਂ ਭਾਵੇਂ ਖੱਦਰ ਦਾ ਹੀ ਪਾਇਆ ਹੋਵੇ ਨਾ, ਤਾਂ ਸਤਿਗੁਰੂ ਕਹਿੰਦੇ ਤੇ ਭਲੇ ਸੰਸਾਰ, ਉਹ ਭਲੇ ਨੇ ਸੰਸਾਰ ਦੇ ਵਿੱਚ। ਹਰਾ ਹੈਦਰੀ ਰੰਗ ਜਿਹੜਾ ਮੁਸਲਮਾਨਾਂ ਦਾ ਮੰਨਿਆ ਜਾਂਦਾ ਹੈ, ਇਸ ਦਾ ਵੀ ਸਾਧ ਸੰਗਤ ਜੀ ਵਰਤੋਂ ਨਹੀਂ ਕਰਨੀ। ਇਸ ਪ੍ਰਕਾਰ ਸਾਧ ਸੰਗਤ ਜੀ ਅੱਗੇ ਹਨ 5 ਸੰਸਕਾਰ। ਪਹਿਲਾ ਸੰਸਕਾਰ ਹੈ ਜਨਮ ਸੰਸਕਾਰ। ਜਦੋਂ ਵਾਹਿਗੁਰੂ ਦੀ ਕਿਰਪਾ ਨਾਲ ਘਰ ਦੇ ਵਿੱਚ ਬੱਚੇ ਦਾ ਜਨਮ ਹੋਵੇ, ਉਹਦੇ ਕੰਨਾਂ ਵਿੱਚ ਵਾਹਿਗੁਰੂ ਮੰਤਰ ਦੀ ਆਵਾਜ਼ ਸੁਣਾਉਣੀ ਚਾਹੀਦੀ ਹੈ। ਤੇ ਫਿਰ ਸਾਧ ਸੰਗਤ ਜੀ ਉਸ ਦੇ ਹੱਥ ਦੇ ਵਿੱਚ ਸਰਬਲੋ ਦਾ ਕੜਾ ਧਾਰਨ ਕਰਵਾ ਦੇਣਾ ਚਾਹੀਦਾ ਹੈ। ਕੋਈ ਹਿੰਗ ਆਦਿ ਬੰਨਣੀ, ਕੋਈ ਇਸ ਪ੍ਰਕਾਰ ਕਿਸੇ ਵਡੇਰੇ ਦੀ ਜੂਠ ਚਟਾਉਣੀ ਜਾਂ ਇਸ ਪ੍ਰਕਾਰ ਹੋਰ ਕੋਈ ਮਨਮਤ ਕਰਨੀ ਸਾਧ ਸੰਗਤ ਜੀ ਬਿਲਕੁਲ ਹੀ ਮਨਾ ਹੈ, ਨਹੀਂ ਕਰਨੀ ਚਾਹੀਦੀ। ਗੁਰਮਤਿ ਅਨੁਸਾਰ ਸਾਧ ਸੰਗਤ ਜੀ ਦੇ ਸਮੇਂ ਅੰਮ੍ਰਿਤ ਦੀ ਗੁੜਤੀ ਜਿਹੜੀ ਆ ਬੱਚੇ ਨੂੰ ਦੇਣੀ ਹੈ। ਤਿਆਰ ਪਰ ਤਿਆਰ ਅੰਮ੍ਰਿਤਧਾਰੀ ਸਿੰਘ ਹੋਵੇ, ਆਪਣੇ ਗਾਤਰੇ ਵਾਲੀ ਸ੍ਰੀ ਸਾਹਿਬ ਸੋਧ ਕਰਕੇ ਛੋਟਾ ਜਿਹਾ ਸਰਬਲੋ ਦਾ ਬਾਟਾ ਹੋਵੇ, ਉਹਦੇ ਵਿੱਚ ਸਵਾਇਆ ਜਲ ਪਾ ਕੇ 5 ਕੁ ਪਤਾਸੇ ਪਾ ਕਰਕੇ ਪੀਰ ਆਸਣ ਲਾ ਕੇ ਜਪਜੀ ਸਾਹਿਬ ਦਾ ਪਾਠ ਕਰੇ। ਪਾਠ ਦੀ ਸੰਪੂਰਨਤਾ ਤੇ ਛੋਟੀ ਅਰਦਾਸ ਕਰਕੇ ਕਿਰਪਾਨ ਦੀ ਨੋਕ ਦੇ ਨਾਲ 5 ਬੂੰਦਾਂ ਬੱਚੇ ਦੇ ਮੁਖ ਵਿੱਚ ਪਾਈਆਂ ਜਾਣ ਤੇ ਬਚਿਆ ਹੋਇਆ ਅੰਮ੍ਰਿਤ ਬੱਚੇ ਦੀ ਮਾਤਾ ਨੂੰ ਪਿਲਾ ਦਿੱਤਾ ਜਾਵੇ। ਇਸ ਪ੍ਰਕਾਰ ਸਾਧ ਸੰਗਤ ਜੀ ਅੰਮ੍ਰਿਤ ਦੀ ਗੁੜਤੀ ਆਪਣੇ ਬੱਚਿਆਂ ਨੂੰ ਦੇਣੀ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਜੇ ਇਸ ਪ੍ਰਕਾਰ ਦਾ ਜਨਮ ਸੰਸਕਾਰ ਕਰੋਗੇ ਤਾਂ ਫਿਰ ਸਾਧ ਸੰਗਤ ਜੀ ਬੱਚਾ ਜ਼ਰੂਰ ਵੱਡਾ ਹੋ ਕਰਕੇ ਭਗਤ ਦਾਨੀ ਸੂਰਬੀਰ ਮਹਾਬਲੀ ਪੈਦਾ ਹੋਵੇਗਾ। ਤੀਸਰਾ ਸੰਸਕਾਰ ਹੈ ਸਾਧ ਸੰਗਤ ਜੀ ਵਿਦਿਆ ਸੰਸਕਾਰ। ਜਿਵੇਂ ਸਾਧ ਸੰਗਤ ਜੀ ਆਪਣੇ ਬੱਚਿਆਂ ਨੂੰ ਤੁਸੀਂ ਸੰਸਾਰਿਕ ਵਿਦਿਆ ਪ੍ਰਾਪਤ ਕਰਵਾਉਂਦੇ ਹੋ, ਸੰਸਾਰਿਕ ਵਿਦਿਆ ਦੇ ਨਾਲ ਨਾਲ ਆਪਣੇ ਬੱਚਿਆਂ ਨੂੰ ਧਾਰਮਿਕ ਵਿਦਿਆ ਵੀ ਜ਼ਰੂਰ ਪ੍ਰਾਪਤ ਕਰਵਾਉਣੀ ਚਾਹੀਦੀ ਹੈ। ਪਹਿਲਾਂ ਆਪ ਸਾਨੂੰ ਉਸ ਵਿਦਿਆ ਤੋਂ ਜਾਣੂ ਹੋਣਾ ਚਾਹੀਦਾ ਹੈ। ਸਾਡੀ ਧਾਰਮਿਕ ਵਿਦਿਆ ਕੀ ਹੈ? ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਦੀ ਸੁੱਧ ਸੰਥਿਆ ਕਰਨੀ, ਸ੍ਰੀ ਦਸਮ ਦੀ ਬਾਣੀ ਦੀ ਸੰਥਿਆ ਕਰਨੀ, ਸਰਬਲੋ ਗ੍ਰੰਥ ਪੜ੍ਹਨਾ, ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹਨੀਆਂ, ਕਵਿਤ ਸਵਈਏ ਪੜ੍ਹਨੇ। ਇਸ ਪ੍ਰਕਾਰ ਸਾਡੇ ਇਤਿਹਾਸ ਦੇ ਗ੍ਰੰਥ ਜੋ ਹਨ, ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਇਤਿਹਾਸ ਪੜ੍ਹਨਾ। ਫਿਰ ਖਾਲਸਾ ਪੰਥ ਦਾ ਇਤਿਹਾਸ ਪੜ੍ਹਨਾ ਕਿ ਵੱਡਾ ਘੱਲੂਘਾਰਾ ਕੀ ਸੀ, ਛੋਟਾ ਘੱਲੂਘਾਰਾ ਕੀ ਹੋਇਆ, ਬਾਬਾ ਦੀਪ ਸਿੰਘ ਸਾਹਿਬ ਜੀ ਨੇ ਕਿਵੇਂ ਸ਼ਹਾਦਤ ਦਿੱਤੀ, ਭਾਈ ਤਾਰੂ ਸਿੰਘ ਸਾਹਿਬ ਕੌਣ ਸਨ ਜਿਨ੍ਹਾਂ ਨੇ ਆਪਣਾ ਖੋਪੜਾ ਲਵਾਇਆ ਤੇ ਫਿਰ ਵੀ ਪਾਠ ਕਰਦੇ ਰਹੇ। ਆਪਣਾ ਇਤਿਹਾਸ ਸਾਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਉਣਾ ਚਾਹੀਦਾ ਹੈ, ਕਿਉਂਕਿ ਇਤਿਹਾਸ ਦੇ ਨਾਲ ਤੇ ਗੁਰਬਾਣੀ ਦੇ ਨਾਲ ਹੀ ਸਾਧ ਸੰਗਤ ਜੀ ਕੌਮਾਂ ਦੇ ਅੰਦਰ ਜਿੰਦ ਜਾਨ ਜਿਹੜੀ ਉਹ ਰਹਿੰਦੀ ਹੈ। ਜਿਹੜਾ ਸਾਧ ਸੰਗਤ ਜੀ ਆਪਣੇ ਇਤਿਹਾਸ ਨੂੰ ਤੇ ਆਪਣੀ ਗੁਰਬਾਣੀ ਨੂੰ ਭੁੱਲ ਜਾਵੇ, ਉਹ ਸਾਧ ਸੰਗਤ ਜੀ ਜਿਉਂਦਾ ਨਹੀਂ ਰਹਿ ਸਕਦਾ। ਇਸ ਕਰਕੇ ਆਪਣੇ ਬੱਚਿਆਂ ਦੇ ਵਿਦਿਆ ਸੰਸਕਾਰ ਜ਼ਰੂਰ ਇਹ ਧਾਰਮਿਕ ਵਿਦਿਆ ਦਾ ਪਾਉਣਾ। ਚੌਥਾ ਸੰਸਕਾਰ ਹੈ ਅੰਮ੍ਰਿਤ ਸੰਸਕਾਰ। ਜਿਵੇਂ ਤੁਸੀਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ ਜਾਂ ਜਿਨ੍ਹਾਂ ਨੇ ਚੂੜੇ ਲਏ ਨੇ ਘਰ ਦੇ ਵਿੱਚ, ਸਾਧ ਸੰਗਤ ਜੀ ਜਿਹੜਾ ਕੋਈ ਬੇਅਮਰਤੀਆ ਹੈ, ਜਿਹਨੇ ਅੰਮ੍ਰਿਤ ਨਹੀਂ ਛਕਿਆ ਹੋਇਆ, ਜਿਨ੍ਹਾਂ ਬੱਚਿਆਂ ਨੇ ਚੂੜੇ ਲਏ ਨੇ, ਜਦੋਂ ਰਹਿਤ ਰੱਖਣ ਦੇ ਯੋਗ ਹੋ ਜਾਣ, 5 ਪਿਆਰਿਆਂ ਦੇ ਪੇਸ਼ ਹੋ ਕਰਕੇ ਅੰਮ੍ਰਿਤ ਦੀ ਦਾਤ ਜ਼ਰੂਰ ਪ੍ਰਾਪਤ ਕਰਨੀ। ਤੇ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਜੀ ਇੱਥੋਂ ਤੱਕ ਸ਼ਬਦ ਕਹਿੰਦੇ ਨੇ ਕਿ ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਮ ਬੁਰਾ। ਨਿਗੁਰੇ ਪੁਰਸ਼ ਦਾ ਨਾਮ ਲੈਣਾ ਮਾੜਾ ਏ, ਪਰ ਇਹ ਨਹੀਂ ਕਿ ਉਹਦੇ ਲਾਗੇ ਨਹੀਂ ਬਹਿਣਾ ਚਾਹੀਦਾ, ਉਹਨੂੰ ਪ੍ਰੇਰਨਾ ਚਾਹੀਦਾ, ਉਹਦੇ ਭਲੇ ਵਾਸਤੇ ਉਹਦਾ ਵੀ ਭਲਾ ਹੋਵੇ। ਬਾਣੀ ਪੜਿਓ, ਨਾਮ ਜਪੋ ਤਾਂ ਜੋ ਉਹਦੇ ਕੰਨਾਂ ਵਿੱਚ ਵੀ ਆਵਾਜ਼ ਪਏ। ਭਾਈ ਬਰਾਗਾ ਜੀ ਨੇ ਇੱਕ ਇਹੋ ਜਿਹੇ ਮਨਮੁਖ ਦਾ ਉਦਾਹਰਣ ਕੀਤਾ ਸੀ। ਉਹ ਸੇਠ ਸੀ, ਕਦੇ ਉਹਨੇ ਬਾਣੀ ਨਹੀਂ ਪੜ੍ਹੀ, ਕਦੇ ਨਾਮ ਨਹੀਂ ਜਪਿਆ। ਤਾਂ ਭਾਈ ਬਰਾਗਾ ਜੀ ਦੇ ਨਾਲ ਸੰਗਤ ਕਰਦਾ ਹੋਇਆ ਆਉਣ ਲੱਗਾ। ਭਾਈ ਸਾਹਿਬ ਕਹਿੰਦੇ, ਮੈਂ ਗੱਲਾਂ ਤਾਂ ਕਦੇ ਕੀਤੀਆਂ ਨਹੀਂ, ਜਾਂ ਤੇ ਬਾਣੀ ਸੁਣਾ ਤੇ ਜਾਂ ਮੈਥੋਂ ਸੁਣ। ਕਹਿੰਦਾ, ਮਹਾਰਾਜ ਬਾਣੀ ਤਾਂ ਪੜ੍ਹਨੀ ਆਉਂਦੀ ਨਹੀਂ, ਤੁਸੀਂ ਸੁਣਾ ਦਿਓ। ਭਾਈ ਬਰਾਗਾ ਜੀ ਨੇ ਜਦੋਂ ਤੱਕ ਘਰ ਪਹੁੰਚਣਾ ਸੀ, ਸੁਖਮਨੀ ਸਾਹਿਬ ਦਾ ਸਾਰਾ ਪਾਠ ਜਿਹੜਾ ਉਸਨੂੰ ਸੁਣਾਇਆ ਤੇ ਆਪਣਾ ਨਿਤਨੇਮ ਕੀਤਾ। ਜਦੋਂ ਤੁਰਨ ਲੱਗਾ ਉਹ ਸੇਠ ਤੇ ਭਾਈ ਬਰਾਗਾ ਜੀ ਨੇ ਵੇਖਿਆ ਜੀ ਤਾਂ ਉਮਰ ਨਹੀਂ ਹੈ। ਕਹਿਣ ਲੱਗੇ, ਸੇਠ ਤੇਰੀ ਤਾਂ ਉਮਰ ਖਤਮ ਹੋ ਗਈ ਹੈ। ਕਹਿਣ ਲੱਗਾ, ਮਹਾਰਾਜ ਮੈਂ ਤਾਂ ਜਿਉਣਾ ਚਾਹੁੰਦਾ। ਕਹਿੰਦੇ, ਨਹੀਂ ਤਾਂ ਵਾਹਿਗੁਰੂ ਦਾ ਹੁਕਮ ਹੈ, ਹੁਣ ਤੈਨੂੰ ਜਾਣਾ ਪੈਣਾ। ਕਹਿੰਦੇ, ਅੱਛਾ ਤੈਨੂੰ ਸੰਗਤ ਕਰਕੇ ਇੱਕ ਚੇਤਾ ਰਵੇਗਾ ਸਾਡਾ। ਜਦੋਂ ਤੈਨੂੰ ਪੁੱਛਣਗੇ ਕਿ ਇੰਨਾ ਚਿਰ ਤੂੰ ਸਿੱਖ ਦੀ ਸੰਗਤ ਕੀਤੀ ਹੈ, ਇਹਦਾ ਫਲ ਪਹਿਲਾਂ ਲੈਣਾ ਜਾਂ ਤੈਨੂੰ ਕੀਤੇ ਹੋਏ ਪਾਪਾਂ ਦੀ ਸਜ਼ਾ ਦਈਏ, ਤੂੰ ਕਹੀਂ ਮੈਨੂੰ ਪਹਿਲਾਂ ਸੰਗਤ ਦਾ ਹੀ ਫਲ ਦੇ ਦਿਓ। ਫਿਰ ਸੰਗਤ ਦਾ ਫਲ ਜਦੋਂ ਮੰਗੇਗਾ ਤੇ ਕੀਤੀ ਹੋਈ ਸੰਗਤ ਦਾ ਫਲ, ਸੁਖਮਨੀ ਸਾਹਿਬ ਦੇ ਪਾਠ ਦਾ ਫਲ, ਤਾਂ ਫਿਰ ਸੱਚਖੰਡ ਤੈਨੂੰ ਪ੍ਰਾਪਤ ਹੋਵੇਗਾ।
ਸੱਚਖੰਡ ਵਿੱਚ ਤੂੰ ਜਿਹੜਾ ਹੈ ਨਾ ਫਿਰ ਤੈਨੂੰ ਜਮ ਉੱਥੇ ਲੈਣ ਆ ਨਹੀਂ ਸਕਦੇ ਤੇ ਆਪ ਉੱਠ ਕੇ ਬਾਹਰ ਜਾਵੀਂ ਨਾ, ਤੇਰੇ ਸਾਰੇ ਪਾਪ ਝੜ ਜਾਣਗੇ। ਇਹੋ ਜਿਹੀ ਬਖਸ਼ਿਸ਼ ਕਰਦੇ ਆ ਰੱਬ ਦੇ ਪਿਆਰੇ। ਸਾਧ ਸੰਗਤ ਜੀ, ਇਉਂ ਪ੍ਰੇਅਰ ਕਰਕੇ ਕਿਸੇ ਦਾ ਭਲਾ ਕਰਨਾ, ਉਹਨੂੰ ਗੁਰੂ ਕੇ ਲੜ ਲਾਉਣਾ, ਅੰਮ੍ਰਿਤਧਾਰੀ ਬਣਾ ਦੇਣਾ ਵੱਡਾ ਪਰਉਪਕਾਰ ਹੈ। ਪੰਜਵਾਂ ਸੰਸਕਾਰ ਹੈ ਅੰਤਮ ਸੰਸਕਾਰ। ਵਾਹਿਗੁਰੂ ਦੇ ਹੁਕਮ ਦੇ ਨਾਲ ਜਦੋਂ ਪ੍ਰਾਣੀ ਦਾ ਸਾਧ ਸੰਗਤ ਜੀ ਅੰਤਲਾ ਸਮਾਂ ਹੋਵੇ, ਉਹਦੇ ਲਾਗੇ ਬਾਣੀ ਪੜੋ ਤਾਂ ਜੋ ਉਹਦੀ ਸੁੱਧ ਬਾਣੀ ਵਿੱਚ ਜੁੜੀ ਹੋਈ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾ ਬਰਾਜੇ। ਜਦੋਂ ਉਹ ਚੜਾਈ ਕਰ ਜਾਵੇ ਨਾ, ਉਹਦੇ ਲਾਗੇ ਰੋਣਾ ਪਿੱਟਣਾ ਨਹੀਂ ਚਾਹੀਦਾ, ਤਾਂ ਨਹੀਂ ਮਾਰਨੀਆਂ ਚਾਹੀਦੀਆਂ, ਕਿਉਂਕਿ ਸਤਿਗੁਰੂ ਦੇ ਸ਼੍ਰੀ ਮੁਖਵਾਕ ਨੇ, ਸਤਿਗੁਰੂ ਜੀ ਕਹਿੰਦੇ ਨੇ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ। ਸਾਨੂੰ ਮੂਲੋਂ ਹੀ ਨਹੀਂ ਚੰਗਾ ਲੱਗਦਾ। ਤੇ ਸਤ ਸੰਗਤ ਜੀ, ਸ਼ਾਸਤਰਾਂ ਅਨੁਸਾਰ ਦੱਸਿਆ ਜਾਂਦਾ ਹੈ ਕਿ ਜਿਸ ਪ੍ਰਾਣੀ ਦੇ ਨਿਮਿਤ ਕੋਈ ਰੋਂਦਾ ਹੈ ਨਾ, ਇੱਕ ਇੱਕ ਬੂੰਦ ਦੀ ਉਸ ਰੂਹ ਨੂੰ ਇੱਕ ਇੱਕ ਨਦੀ ਤਰਨੀ ਪੈਂਦੀ ਹੈ, ਇੰਨਾ ਔਖਾ ਹੋਣਾ ਪੈਂਦਾ ਹੈ। ਜੇ ਉਹਦੇ ਨਾਲ ਪਿਆਰ ਹੈ ਤਾਂ ਉਹਦੇ ਨਾਮ ਦੀ ਬਾਣੀ ਪੜੋ, ਸਿਮਰਨ ਕਰੋ ਤਾਂ ਜੋ ਉਹਦਾ ਭਲਾ ਹੋ ਸਕੇ। ਜਦੋਂ ਸਾਧ ਸੰਗਤ ਜੀ ਉਹਦੀ ਅੰਤਮ ਕਿਰਿਆ ਦੀ ਤਿਆਰੀ ਕਰਨੀ, ਇੱਕ ਸਿੰਘ ਸਿਰਹਾਣੇ ਵਾਲੇ ਪਾਸੇ ਖੜ ਕੇ ਜਪਜੀ ਸਾਹਿਬ ਦਾ ਪਾਠ ਕਰੇ, ਬਾਕੀ ਉਹਦਾ ਇਸ਼ਨਾਨ ਕਰਵਾਉਣ ਲੱਗ ਜਾਣ। ਇਸ਼ਨਾਨ ਕਰਵਾਉਂਦਿਆਂ ਖਿਆਲ ਰੱਖਣਾ ਜਿਵੇਂ ਉਹਨੇ ਜਿਉਂਦਿਆਂ ਰਹਿਤ ਰੱਖੀ ਆ ਨਾ, ਕਕਾਰ ਕਦੇ ਨਹੀਂ ਵਿਸਾਰੇ, ਇਵੇਂ ਉਹਦੇ ਮਰਨ ਤੋਂ ਵੀ ਮੁਰਦਾ ਸਰੀਰ ਨਾਲੋਂ ਕਕਾਰ ਨਹੀਂ ਵਿਸਾਰਨੀ। ਗਿੱਲਾ ਪਹੁੰਚਾ ਉਤਾਰ ਕੇ ਸੁੱਕਾ ਪਹਿਨਾ ਦੇਣਾ ਕਛਹਿਰੇ ਦਾ, ਫਿਰ ਦੂਸਰਾ ਗਿੱਲਾ ਉਤਾਰ ਕੇ ਸੁੱਕਾ ਪਹਿਨਾ ਦੇਣਾ। ਕੰਘਾ ਕੜਾ ਕਿਰਪਾਨ ਉਹਦੇ ਸਰੀਰ ਨਾਲੋਂ ਵੱਖ ਨਹੀਂ ਕਰਨੇ। ਅਣ ਸੀਤੇ ਵਸਤਰਾਂ ਵਿੱਚ ਨਹੀਂ ਲਪੇਟਣਾ। ਸੀਤੇ ਹੋਏ ਵਸਤਰਾਂ, ਸਤ ਸੰਗਤ ਜੀ, ਸੀਤੇ ਹੋਏ ਵਸਤਰ ਪਹਿਨਾਉਣੇ ਜਿਵੇਂ ਜਿਉਂਦਾ ਆਦਮੀ ਪਹਿਨਦਾ ਹੈ। ਦਸਤਾਰ ਸਜਾਉਣੀ, ਪੂਰੀ ਤਿਆਰੀ ਕਰਕੇ ਫਿਰ ਇੱਕ ਕਛਹਿਰਾ ਪਰਨਾ ਵੱਧ ਲੱਕ ਦੇ ਨਾਲ ਕਮਰ ਕੱਸੇ ਕਰ ਦੇਣਾ। ਵਿਮਾਨ ਤਿਆਰ ਕਰਕੇ ਫਿਰ ਸਾਧ ਸੰਗਤ ਜੀ ਅਰਦਾਸ ਕਰਕੇ ਤੁਰਨਾ। ਜਾਂਦਿਆਂ ਹੋਏ ਰਸਤੇ ਵਿੱਚ ਗੁਰਦੁਆਰਾ ਸਾਹਿਬ ਆ ਜਾਵੇ ਤਾਂ ਅਰਦਾਸ ਕਰਕੇ ਅੱਗੇ ਤੁਰਨਾ। ਸ਼ਮਸ਼ਾਨ ਘਾਟ ਵਿੱਚ ਪਹੁੰਚ ਕਰਕੇ ਇੱਕ ਸਿੰਘ ਫਿਰ ਸਿਰਹਾਣੇ ਵਾਲੇ ਪਾਸੇ ਖੜ ਕੇ ਜਪਜੀ ਸਾਹਿਬ ਦਾ ਪਾਠ ਕਰੇ, ਬਾਕੀ ਸਾਧ ਸੰਗਤ ਜੀ ਚਿਖਾ ਸਵਾਰਨ ਲੱਗ ਜਾਣ। ਇਸ ਪ੍ਰਕਾਰ ਸਾਧ ਸੰਗਤ ਜੀ ਜਦੋਂ ਚਿਖਾ ਤਿਆਰ ਹੋ ਜਾਵੇ ਤਾਂ ਮੁਰਦਾ ਸਰੀਰ ਨੂੰ ਉਹਦੇ ਵਿੱਚ ਰੱਖ ਕਰਕੇ ਸਾਰੀ ਚਿਖਾ ਤਿਆਰ ਕਰਕੇ ਜਪਜੀ ਸਾਹਿਬ ਦੇ ਪਾਠ ਤੋਂ ਉਪਰੰਤ ਅਰਦਾਸ ਕਰਨੀ। ਅਰਦਾਸ ਕਰਕੇ ਫਿਰ ਸਾਧ ਸੰਗਤ ਜੀ ਚਿਖਾ ਨੂੰ ਝੰਡਾ ਲਾਉਣਾ। ਇਸ ਪ੍ਰਕਾਰ ਜਦੋਂ ਅੱਧਾ ਕੁ ਸੰਸਕਾਰ ਹੋ ਜਾਵੇ ਤਾਂ ਕੀਰਤਨ ਸੋਹਲੇ ਦਾ ਪਾਠ ਕਰਕੇ ਅਰਦਾਸ ਕਰਨੀ। ਸਾਰੀ ਸੰਗਤ ਗੁਰਦੁਆਰਾ ਸਾਹਿਬ ਪਹੁੰਚੇ। ਜੇ ਹੋ ਸਕੇ ਤਾਂ ਇਸ਼ਨਾਨ ਕਰਨਾ ਚਾਹੀਦਾ, ਇਸ਼ਨਾਨ ਨਾ ਹੋ ਸਕੇ ਤਾਂ 5 ਇਸ਼ਨਾਨਾ ਕਰਨਾ ਜ਼ਰੂਰੀ ਹੈ। ਫਿਰ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਲਾਣੀਆਂ ਦਾ ਪਾਠ ਸਰਵਣ ਕਰਨਾ, ਪ੍ਰਾਣੀ ਦੇ ਨਿਮਿਤ ਕੜਾਹ ਪ੍ਰਸ਼ਾਦ ਦੀ ਦੇਗ ਕਰਨੀ ਅਤੇ ਅਰਦਾਸ ਕਰਨੀ। ਤੇ ਜਦੋਂ ਵੀ ਸਾਧ ਸੰਗਤ ਜੀ ਬਾਅਦ ਵਿੱਚ ਫਿਰ ਸ੍ਰੀ ਅਖੰਡ ਪਾਠ ਸਾਹਿਬ ਦਾ ਜਾਂ ਸਹਿਜ ਪਾਠ ਦਾ ਭੋਗ ਪਾਉਣਾ ਤਾਂ 10ਵੇਂ ਦਿਨ ਪਾਉਣਾ। ਕੋਈ 12 13 17 ਚੌਥਾ ਆਦਿਕ ਨਹੀਂ ਕਰਨਾ। ਖਾਲਸਾ ਸ਼੍ਰੋਮਣੀ ਆ, ਖਾਲਸੇ ਨੇ ਪ੍ਰਾਣੀ ਦਾ ਦੁਸ਼ਹਿਰਾ ਮਨਾਉਣਾ। ਇਸ ਪ੍ਰਕਾਰ ਸਾਧ ਸੰਗਤ ਜੀ ਜਿਹੜੀ ਰਾਖ ਬਾਕੀ ਰਹਿ ਜਾਂਦੀ ਹੈ ਉਹਦੇ ਵਿੱਚੋਂ ਅਸਤ ਨਹੀਂ ਚੁਣਨੇ ਚਾਹੀਦੇ। ਸਾਰੀ ਦੀ ਸਾਰੀ ਰਾਖ ਇਕੱਤਰ ਕਰਕੇ ਕਿਸੇ ਵਗਦੇ ਹੋਏ ਖੁੱਲੇ ਜਲ ਦੇ ਵਿੱਚ ਪ੍ਰਵਾਹ ਕਰ ਦੇਣੀ। ਹੋ ਸਕੇ ਤਾਂ ਕੀਰਤਪੁਰ ਸਾਹਿਬ ਪਹੁੰਚ ਕਰਕੇ ਪਤਾਲਪੁਰੀ ਸਾਹਿਬ ਅਸਥਾਨ ਤੇ ਉਹ ਜਿਹੜੇ ਅਸਤ ਹਨ, ਉਹ ਜਿਹੜੀ ਸਾਰੀ ਰਾਖ ਹੈ ਜਲ ਪ੍ਰਵਾਹ ਕੀਤੀ ਜਾਵੇ ਤਾਂ ਚੰਗਾ ਹੈ। ਜੇ ਨਾ ਪਹੁੰਚਿਆ ਜਾ ਸਕੇ ਕਿਸੇ ਕਾਰਨ ਕਰਕੇ ਤਾਂ ਕਿਸੇ ਵੀ ਵਗਦੇ ਖੁੱਲੇ ਜਲ ਦੇ ਵਿੱਚ ਪ੍ਰਵਾਹ ਕਰ ਦੇਣੀ ਚਾਹੀਦੀ ਔਰ ਰਾਖ ਕੋਈ ਕਿਸੇ ਪ੍ਰਕਾਰ ਦੀ ਸ਼ੰਕਾ ਨਹੀਂ ਕਰਨੀ ਚਾਹੀਦੀ। ਸਾਧ ਸੰਗਤ ਜੀ, ਆਨੰਦ ਸੰਸਕਾਰ ਹੈ ਦਾਸ ਨੂੰ ਵਿਸਰ ਗਿਆ ਸੀ। ਜਦੋਂ ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਬੱਚੀ ਬੱਚਾ ਵਿਆਹੁਣ ਦੇ ਯੋਗ ਹੋ ਜਾਣ ਤਾਂ ਸਾਧ ਸੰਗਤ ਜੀ ਕਿਸੇ ਪੰਡਤ ਦੇ ਕੋਲੋਂ ਜਾਂ ਕਿਸੇ ਦੇ ਕੋਲੋਂ ਪੱਤਰੀਆਂ ਨਹੀਂ ਵਿਚਾਉਣੀਆਂ ਚਾਹੀਦੀਆਂ, ਕੋਈ ਸਾਹਾ ਨਹੀਂ ਕਢਾਉਣਾ ਚਾਹੀਦਾ। ਮਹਾਰਾਜ ਕਹਿੰਦੇ ਨੇ ਕਿ ਸਾਹਾ ਗਣੇ ਨਾ ਕਰੇ ਵਿਚਾਰ, ਸਾਹੇ ਉੱਪਰ ਇੱਕ ਓੰਕਾਰ। ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਹੜਾ ਸ਼ਬਦ ਹੈ ਸਾਰੇ ਵਿਘਨਾਂ ਦਾ ਨਾਸ਼ਕ ਹੈ। ਇਸ ਪ੍ਰਕਾਰ ਸਤਿਗੁਰੂ ਕਹਿੰਦੇ ਦੋਹਾਂ ਪਰਿਵਾਰਾਂ ਨੂੰ ਜਿਹੜਾ ਵੀ ਕੋਈ ਦਿਨ ਚੰਗਾ ਲੱਗੇ, ਯੋਗ ਲੱਗੇ, ਉਹ ਨੀਅਤ ਕਰ ਲੈਣ ਤੇ ਨੀਅਤ ਕੀਤੇ ਹੋਏ ਦਿਨ ਤੇ ਜਿਹੜਾ ਆਨੰਦ ਕਾਰਜ ਦਾ ਜਿਹੜਾ ਸਤ ਸੰਗਤ ਜੀ ਉਹ ਰੱਖਿਆ ਜਾਵੇ। ਜਦੋਂ ਲੜਕੇ ਨੇ ਘਰੋਂ ਤਿਆਰੀ ਕਰਕੇ ਚੱਲਣਾ ਹੈ ਤਾਂ ਲੜਕੇ ਲੜਕੀ ਨੂੰ ਕਿਸੇ ਨੇ ਫੜ ਕਰਕੇ ਨਹੀਂ ਨਵਾਉਣਾ। ਕੋਈ ਉੱਤੇ ਸਤ ਸੰਗਤ ਜੀ ਫੁਲਕਾਰੀਆਂ ਆਦਿਕ ਤਾਣ ਕਰਕੇ ਗੀਤ ਨਹੀਂ ਗਾਉਣੇ, ਵੱਟਣੇ ਨਹੀਂ ਮਲਣੇ, ਚੱਪਣੀਆਂ ਨਹੀਂ ਭੰਨਣੀਆਂ, ਸਿੱਠਣੀਆਂ ਨਹੀਂ ਦੇਣੀਆਂ। ਬਿਲਕੁਲ ਮਨਮਤ ਨੇ ਆਪਣੀਆਂ ਹੀ ਬਣਾਈਆਂ ਹੋਈਆਂ ਲੋਕਾਂ ਦੀਆਂ ਮਰਜ਼ਾਦਾ ਹਨ, ਗੁਰੂ ਮਹਾਰਾਜ ਦੀ ਮਰਜ਼ਾਦਾ ਨਹੀਂ। ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਦੀ ਇਹ ਮਰਜ਼ਾਦਾ ਨਹੀਂ ਹੈ। ਇਸ ਕਰਕੇ ਲੜਕੇ ਲੜਕੀ ਆਪ ਜਿਵੇਂ ਰੋਜ਼ ਆਪਣਾ ਇਸ਼ਨਾਨ ਕਰਦੇ ਨੇ ਤਿਵੇਂ ਇਸ਼ਨਾਨ ਕੀਤਾ ਜਾਵੇ। ਆਪਣਾ ਨਿਤਨੇਮ ਕਰਕੇ ਲੜਕੇ ਵਾਲੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪਹੁੰਚ ਕਰਕੇ ਅਰਦਾਸ ਕਰਕੇ ਚੱਲਣ। ਲੜਕੀ ਵਾਲਿਆਂ ਦੇ ਪਹੁੰਚ ਕਰਕੇ ਜਦੋਂ ਆਨੰਦ ਕਾਰਜ ਹੋਵੇ ਤਾਂ ਸੰਗਤ ਦੀ ਬਰਾਬਰ ਦੀ ਵਿਛਾਈ ਤੇ ਲੜਕੇ ਲੜਕੀ ਨੂੰ ਬਿਠਾਇਆ ਜਾਵੇ, ਕੋਈ ਵੱਖਰੀ ਵਿਛਾਈ ਨਹੀਂ ਹੋਣੀ ਚਾਹੀਦੀ। ਫਿਰ ਗ੍ਰੰਥੀ ਸਿੰਘ ਪਹਿਲੀ ਲਾਮ ਦਾ ਪਾਠ ਕਰੇ, ਜੋੜੀ ਬੈਠ ਕੇ ਸੁਣੇ। ਜਦੋਂ ਰਾਗੀ ਸਿੰਘ ਉਸੇ ਹੀ ਲਾਮ ਦਾ ਕੀਰਤਨ ਕਰਨ ਤਾਂ ਮਹਾਰਾਜ ਸਾਹਿਬ ਜੀ ਦੀਆਂ ਬੜੇ ਪਿਆਰ ਨਾਲ ਪਰਿਕਰਮਾ ਕਰਦਿਆਂ ਹੋਇਆਂ ਫਿਰ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਆ ਕੇ ਬੈਠ ਜਾਣਾ ਤੇ ਦੂਸਰੀ ਲਾਮ ਦਾ ਪਾਠ ਸਰਵਣ ਕਰਨਾ।
ਕ੍ਰਮਵਾਰ 4 ਲਾਵਾਂ ਦਾ ਪਾਠ ਸਰਵਣ ਕਰਨਾ ਤੇ 4 ਹੀ ਗੁਰੂ ਸਾਹਿਬ ਦੀਆਂ ਪਰਿਕਰਮਾ ਕਰਨੀਆਂ। ਇਸ ਪ੍ਰਕਾਰ ਸਾਧ ਸੰਗਤ ਜੀ ਆਨੰਦ ਕਾਰਜ ਦੀ ਰਸਮ ਕਰਨੀ। ਲੜਕੇ ਲੜਕੀ ਵਾਲਿਆਂ ਵੱਲੋਂ ਜਦੋਂ ਸਗਾਈ ਦਾ ਸਮਾਂ ਹੁੰਦਾ ਸਾਧ ਸੰਗਤ ਜੀ, ਉਦੋਂ ਲੜਕੇ ਵਾਲਿਆਂ ਵੱਲੋਂ ਕੰਗਾ, ਕੜਾ, ਕਿਰਪਾਨ ਤੇ ਇੱਕ ਗੁਟਕਾ ਸਾਹਿਬ ਤੇ ਇਸ ਪ੍ਰਕਾਰ ਮਾਇਆ ਵਜੋਂ 5 ਰੁਪਏ ਭੇਜੇ ਜਾ ਸਕਦੇ ਆ। ਇਸੇ ਪ੍ਰਕਾਰ ਹੀ ਲੜਕੀ ਵਾਲਿਆਂ ਵੱਲੋਂ ਵੀ ਕੰਗਾ, ਕੜਾ, ਕਿਰਪਾਨ ਤੇ ਗੁਟਕਾ ਸਾਹਿਬ ਤੇ 5 ਰੁਪਏ ਸਗਾਈ ਵਜੋਂ ਜੋ ਭੇਜੇ ਜਾਂਦੇ ਹਨ। ਸਤ ਸੰਗਤ ਜੀ ਵੱਧ ਮਰਿਆਦਾ ਦੇ ਵਿੱਚ ਨਹੀਂ ਹੈ, ਕਿਉਂਕਿ ਜੋ ਲੜਕੀ ਵਾਲਿਆਂ ਤੇ ਬੋਝ ਪਾਉਣਾ, ਦਾਜ ਮੰਗਣਾ, ਲੜਕੀ ਦਾ ਸਤ ਸੰਗਤ ਜੀ ਪੈਸਾ ਖਾਣਾ, ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਧੀ ਭੈਣ ਦਾ ਪੈਸਾ ਖਾਏ ਕਹਿ ਗੋਬਿੰਦ ਸਿੰਘ ਜਮ ਧੱਕੇ ਖਾਏ। ਉਹਨਾਂ ਨੂੰ ਜਮਾਂ ਦੇ ਧੱਕੇ ਖਾਣੇ ਪੈਂਦੇ ਆ। ਇਸ ਕਰਕੇ ਕਦੇ ਵਾਸਤੇ ਦਾਜ ਨਹੀਂ ਸਤ ਸੰਗਤ ਜੀ ਮੰਗਣਾ। ਸਾਦਗੀ ਦੇ ਵਿੱਚ ਹੀ ਵਿਆਹ ਆਦਿਕ ਜਿਹੜੇ ਹਨ ਆਨੰਦ ਕਾਰਜ ਦੀ ਰਸਮ ਕਰਨੀ। ਘਰ ਦੇ ਵਿੱਚ ਆ ਕਰਕੇ ਸਤ ਸੰਗਤ ਜੀ ਕੋ ਗਾਨੇ ਆਦਿਕ ਨਹੀਂ ਖੇਡਣੇ, ਕੋਈ ਤਵੀਤ ਆਦਿਕ ਨਹੀਂ ਪਹਿਨਣੇ, ਰੁੱਖਾਂ 'ਚ ਫੇਰਿਆਂ ਤੇ ਜਾ ਕਰਕੇ ਮੱਥੇ ਨਹੀਂ ਟੇਕਣੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਨਾ। ਇਸ ਪ੍ਰਕਾਰ ਸਤ ਸੰਗਤ ਜੀ ਇਹ ਹਨ 5 ਸੰਸਕਾਰ। ਜਿਹੜੀ ਨਿਤ ਦੀ ਕਿਰਿਆ ਹੈ, ਅੰਮ੍ਰਿਤ ਵੇਲੇ ਗੁਰਸਿੱਖ ਮਾਈ ਭਾਈ ਨੇ ਜਾਗਣਾ, ਆਪਣਾ ਰੋਜ਼ ਦਾ ਨਿਤਨੇਮ ਜਿਹੜੇ ਬਾਣੀ ਪੜ੍ਹਨਾ ਜਾਣਦੇ 5 ਬਾਣੀਆਂ ਦਾ ਨਿਤਨੇਮ ਕਰਨਾ ਹੈ। ਤਾਂ ਖਿਆਲ ਰੱਖਣਾ ਜਦੋਂ ਵੀ ਸਤ ਸੰਗਤ ਜੀ ਜੰਗਲ ਪਾਣੀ ਕਿਰਿਆ ਆਦਿਕ ਜਾਣਾ ਤਾਂ 5 ਵਾਰੀ ਆਪਣੇ ਹੱਥ ਜਿਹੜੇ ਜ਼ਰੂਰ ਸੁੱਚੇ ਕਰਨੇ। ਦਾਤਨ ਕੁਰਲਾ ਕਰਨਾ, ਸੁਚਮਤਾ ਰੱਖਣੀ, ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸੁਚ ਹੋਵੇ ਤਾਂ ਸੱਚ ਪਾਈਐ। ਸੁਚ ਪਵਿੱਤਰਤਾ ਸਰੀਰ ਦੀ ਵੀ ਰੱਖਣੀ ਬਹੁਤ ਜ਼ਰੂਰੀ ਹੈ। ਇੰਨੀ ਸੁਚ ਪਵਿੱਤਰਤਾ ਕਿ ਜਿਹੜੀ ਕਰਮ ਕਾਂਡਾਂ ਤੱਕ ਨਾ ਚਲੀ ਜਾਵੇ। ਤਾਂ ਸਤ ਸੰਗਤ ਜੀ ਇੰਨੇ ਵੀ ਖੁੱਲੇ ਨਾ ਵਰਤਣਾ ਕਿ ਜਿਹੜੀ ਕਿਸੇ ਦੀ ਵੀ ਝੂਠ ਖਾ ਲਾਈ ਜਾਵੇ ਤੇ ਕਹਿੰਦੇ ਸਾਨੂੰ ਕੀ ਲੱਗਣ ਲੱਗਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਹੜੀ ਝੂਠ ਹੈ ਉਹ ਮਨ ਨੂੰ ਇੰਨਾ ਮਾਇਆ ਕਰਦੀ ਹੈ ਕਿ ਉਸ ਦਾ ਨਾਮ ਜਪਣ ਨੂੰ ਫਿਰ ਚਿੱਤ ਨਹੀਂ ਕਰਦਾ। ਸਦਾ ਸੁਚਮਤਾ ਦੇ ਸਹਿਤ ਪ੍ਰਸ਼ਾਦ ਦਾ ਪਾਣੀ ਛਕਣਾ, ਸਦਾ ਸੁਚਮਤਾ ਰੱਖਣੀ, ਇਸ਼ਨਾਨ ਕਰਕੇ ਬਾਣੀ ਦਾ ਨਿਤਨੇਮ ਕਰਨਾ। ਜਿਹੜੇ ਬਾਣੀ ਪੜ੍ਹਨਾ ਨਹੀਂ ਜਾਣਦੇ ਉਹ 1.25 ਘੰਟਾ ਸਵੇਰੇ ਸਤ ਸੰਗਤ ਜੀ ਮੂਲ ਮੰਤਰ ਜਾਂ ਗੁਰ ਮੰਤਰ ਦਾ ਅਭਿਆਸ ਉਹਨਾਂ ਨੇ ਕਰਨਾ ਤੇ ਆਪਣੀਆਂ ਨੇਕ ਕਮਾਈਆਂ ਦੇ ਵਿੱਚੋਂ ਦਸਵੰਧ ਕੱਢਣਾ। ਜਿਵੇਂ ਸਵਾਸਾਂ ਦਾ ਦਸਵੰਧ 2.5 ਘੰਟੇ ਰੋਜ਼ ਦਾ ਬਣਦਾ ਹੈ, ਇਵੇਂ ਨੇਕ ਕਮਾਈਆਂ ਦੇ ਵਿੱਚੋਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਦਸਵੰਧ ਕੱਢ ਕਰਕੇ ਭੇਟ ਕਰਨਾ। ਜਿਹੜੇ ਦਸਵੰਧ ਕਮਾਈ ਵਿੱਚੋਂ ਨਹੀਂ ਕੱਢਦੇ ਉਹ ਕਿਸੇ ਹੋਰ ਤਰੀਕੇ ਨਾਲ ਨਿਕਲ ਜਾਂਦਾ। ਮਹਾਰਾਜ ਕਹਿੰਦੇ ਜੋ ਬਾਬੇ ਕੇ ਦਾਮ ਨਾ ਤੈ ਹੈ ਤਿਨ ਕੇ ਕਹਿ ਬਾਬਰ ਕੇ ਲੈ ਹੈ। ਬਾਬੇ ਕੇ ਗੁਰੂ ਨਾਨਕ ਸਾਹਿਬ ਜੀ। ਬਾਬਰ ਕੇ ਕੌਣ ਨੇ ਸਤ ਸੰਗਤ ਜੀ? ਕੋਈ ਚੋਰੀ ਜਾਂ ਇਸ ਪ੍ਰਕਾਰ ਠੱਗੀ, ਕੋਈ ਮੁਕੱਦਮਾ, ਕਿਸੇ ਪ੍ਰਕਾਰ ਦਾ ਕੋਈ ਵਿਘਨ ਪੈ ਜਾਣਾ, ਇਹ ਬਾਬਰ ਕੇ ਹਨ। ਉਹ ਪੈਸੇ ਨਿਕਲ ਜ਼ਰੂਰ ਜਾਂਦੇ ਆ। ਗੁਰੂ ਸਾਹਿਬ ਦੀ ਖੁਸ਼ੀ ਪ੍ਰਾਪਤ ਕਰਨੀ, ਆਪਣੀ ਨੇਕ ਕਮਾਈ ਦੇ ਵਿੱਚੋਂ ਦਸਵੰਧ ਗੁਰੂ ਮਹਾਰਾਜ ਜੀ ਦੀਆਂ ਅਮਾਨਤਾਂ ਵਾਸਤੇ, ਗੁਰੂ ਕੇ ਲੰਗਰਾਂ ਵਾਸਤੇ ਭੇਟ ਕਰਨਾ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਰਹਿਤ ਮਰਿਆਦਾ ਹੈ। ਜਿਸ ਦੇ ਅਨੁਸਾਰ ਚੱਲੋਗੇ ਤਾਂ ਸਤਿਗੁਰੂ ਜੀ ਦੇ ਪਵਿੱਤਰ ਸ਼ਬਦ ਹਨ, ਸਤਿਗੁਰ ਕੇ ਜਨਮੇ ਗਵਨ ਮਟਾਇਆ। ਗੁਰੂ ਘਰ ਦੇ ਵਿੱਚ ਜਨਮ ਹੋਣ ਦੇ ਨਾਲ ਆਵਾਗਾਉਣ ਦੇ ਚੱਕਰ ਵਿੱਚੋਂ ਨਿਕਲ ਜਾਵੋਗੇ। ਰਹਿਤ ਮਰਿਆਦਾ ਕਮਾਉਂਦੇ ਹੋਏ ਆਪਣੇ ਜੀਵਨ ਨੂੰ ਜੀਓਗੇ ਤਾਂ ਸਤਿਗੁਰੂ ਦੇ ਸ਼੍ਰੀ ਮੁਖ ਵਾਕ ਹਨ, ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਸੱਚੇ ਪਾਤਸ਼ਾਹ ਨੇ ਰਹਿਤ ਮਰਿਆਦਾ ਕਮਾਉਣ ਵਾਲੇ ਸਿੱਖ ਨੂੰ ਆਪਣਾ ਸਾਹਿਬ ਕਿਹਾ ਹੈ, ਆਪਣਾ ਮਾਲਕ ਕਿਹਾ ਹੈ ਤੇ ਆਪਣੇ ਆਪ ਨੂੰ ਸਤਿਗੁਰੂ ਦਾ ਦਾਸ ਦੱਸਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੇ। ਕਈ ਕਹਿ ਦਿੰਦੇ ਆ ਜੀ ਅੰਮ੍ਰਿਤ ਛਕਿਆ ਸੀ ਪਰ ਗੱਲ ਤਾਂ ਕੋਈ ਬਣੀ ਨਹੀਂ। ਸਰੀਰ ਨੂੰ ਤੇ ਉਸੇ ਪ੍ਰਕਾਰ ਹੀ ਫਿਰ ਕਸ਼ਟ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਵੱਡਾ ਕੋਈ ਵੀ ਪੀਰ ਤੇ ਗੁਰੂ ਨਹੀਂ ਹੈ। ਜੇ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਗੁਰੂ ਨਾਨਕ ਸਾਹਿਬ ਦੇ ਘਰ ਆ ਕਰਕੇ ਸ਼ਾਂਤੀ ਨਾ ਮਿਲੀ ਤਾਂ ਵੇਖਣਾ ਚਾਹੀਦਾ ਕਿ ਕਸੂਰ ਗੁਰੂ ਸਾਹਿਬ ਦੇ ਵਿੱਚ ਨਹੀਂ, ਕੋਈ ਸਾਡੇ ਵਿੱਚ ਹੀ ਉਣਤਾ ਹੀ ਹੋਵੇਗੀ। ਕਿਉਂਕਿ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਰੀਦਾ ਢੂੰਡੇਂਦੀ ਏ ਸੁਹਾਗ ਕੋ, ਤਉ ਤਨ ਕਾਈ ਕੋਰ, ਜਿੰਨਾ ਨਾਉ ਸੁਹਾਗਣੀ ਤੇ ਨਾ ਚਾਹ ਨਾ ਹੋਰ। ਇਹ ਅਰਦਾਸ ਕਰਨੀ ਸੱਚੇ ਪਾਤਸ਼ਾਹ, ਜੇ ਤਾਂ ਸਲਾਮਤ ਕਰਨਾ ਤੁਸੀਂ ਕਰਨਾ ਤੇ ਨਹੀਂ ਤੇ ਮਹਾਰਾਜ ਮੈਂ ਕਿਸੇ ਹੋਰ ਦੇ ਦਰ ਤੇ ਨਹੀਂ ਜਾਣਾ। ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਤਾਂ ਜੀਓ ਸਰੀਰੋਂ ਲੈ। ਜੇ ਕਿਤੇ ਹੋਰ ਜਾਣ ਵਾਸਤੇ ਮਜਬੂਰ ਕਰਨਾ ਤੇ ਮਹਾਰਾਜ ਮੈਂ ਜਿਉਣਾ ਹੀ ਨਹੀਂ ਚਾਹੁੰਦਾ। ਇੰਨੀ ਸ਼ਰਧਾ ਹੋਵੇ ਤਾਂ ਸਤਿਗੁਰੂ ਮਹਾਰਾਜ ਬਖਸ਼ਿਸ਼ਾਂ ਕਰਦੇ ਆ, ਰਹਿਮਤਾਂ ਕਰਦੇ ਆ, ਸਭ ਬਲਾਮਤਾਂ ਦੂਰ ਹੋ ਜਾਂਦੀਆਂ, ਸਭ ਔਗਣ ਪਾਪ ਖੰਭ ਲਾ ਕੇ ਉੱਡ ਜਾਂਦੇ ਆ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੀ ਪ੍ਰੀਤ ਕਰਨੀ ਚਾਹੀਦੀ ਹੈ, ਨਾਮ ਜਪਣਾ ਚਾਹੀਦਾ ਹੈ। ਤੇ ਉਹਨਾਂ ਦੀ ਬਾਬਤ ਸਤਿਗੁਰੂ ਜੀ ਨੇ ਕਿਹਾ ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸਾਰੀ ਸ਼ਕਤੀ ਸਾਖਸ਼ਾਤ ਖਾਲਸੇ ਵਿੱਚ ਵਰਤਦੀ ਹੈ, ਉਸ ਸਿੰਘ ਵਿੱਚ ਵਰਤਦੀ ਹੈ ਜਿਹੜਾ ਰਹਿਤ ਮਰਿਆਦਾ ਦਾ ਧਾਰਨੀ ਹੈ, ਜਿਹਦੇ ਕੰਠ ਤੇ ਬਾਣੀ ਦਾ ਜਾਪ ਹੈ, ਜਿਹਦੇ ਨੇਤਰਾਂ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਸਦੇ ਆ, ਜਿਹਦੇ ਹਿਰਦੇ ਵਿੱਚ ਕਲਗੀਆਂ ਵਾਲੇ ਦਾ ਵਾਸ ਹੈ।
ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਨਾਲ ਕਿਉਂ ਨਹੀਂ ਸਾਧ ਸੰਗਤ ਜੀ ਇਹੋ ਜਿਹੇ ਗੁਰਸਿੱਖਾਂ ਦੇ ਦਰਸ਼ਨ ਕਰਕੇ ਸੜੀਆਂ ਫੂਕੀਆਂ ਹੋਈਆਂ ਰੂਹਾਂ ਨੂੰ ਵੀ ਤਰੋਤਾਜ਼ਗੀ ਪ੍ਰਾਪਤ ਹੋਵੇਗੀ, ਜ਼ਰੂਰ ਹੁੰਦੀ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਨਾਲ ਇਹ ਸ਼ਬਦ ਕਹਿੰਦੇ ਨੇ, ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੋ ਇਨਕੀ ਪ੍ਰਤੀਤ। ਜਦੋਂ ਮਹਾਰਾਜ ਕਹਿੰਦੇ ਪਖੰਡਾਂ ਵਾਲੇ ਕੰਮ ਕਰਨੇ ਸ਼ੁਰੂ ਕਰ ਦਿੱਤੇ, ਬ੍ਰਾਹਮਣ ਜਿਹੜੀ ਆ ਨੀਤੀ ਉਹ ਧਾਰਨ ਕਰ ਲਈ, ਬ੍ਰਾਹਮਣਵਾਦ ਵਿੱਚ ਫਸ ਗਏ, ਲੋਕਾਚਾਰ ਵਿੱਚ ਫਸ ਗਏ ਕਿ ਲੋਕ ਕਿਉਂ ਕਹਿੰਦੇ ਆ ਕਿ ਪਹਿਲੋਂ ਇਸ ਪ੍ਰਕਾਰ ਇਹਨੇ ਸਾਰੇ ਕੰਮ ਕੀਤੇ ਸੀ, ਅੱਜ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ। ਇਹੋ ਜਿਹੀਆਂ ਗੱਲਾਂ ਕਰਨ ਵਾਲੇ ਲੋਕ ਸਾਧ ਸੰਗਤ ਜੀ ਉਸ ਨੂੰ ਜਵਾਬ ਦੇਣਾ ਚਾਹੀਦਾ ਕਿ ਅਸੀਂ ਤਾਂ ਹੱਜ ਨੂੰ ਤੁਰ ਪਏ, ਤੂੰ ਕਦੋਂ ਤੁਰੇਂਗਾ। ਕਿਸੇ ਦੀਆਂ ਗੱਲਾਂ ਸੁਣ ਕਰਕੇ ਆਪਣਾ ਮਨ ਨਹੀਂ ਢਾਉਣਾ ਚਾਹੀਦਾ ਕਿ ਕੱਲ ਅਜੇ ਆ ਕੁਝ ਕਰਦਾ ਫਿਰਦਾ ਸੀ, ਅੱਜ ਅੰਮ੍ਰਿਤ ਛਕ ਕਰਕੇ ਵੱਡਾ ਸੰਤ ਬਣਿਆ, ਗੁਰਮੁਖ ਬਣਿਆ। ਗੱਲਾਂ ਸੁਣ ਕਰਕੇ ਹਿਰਦਾ ਨਹੀਂ ਕਦੇ ਢਾਉਣਾ ਚਾਹੀਦਾ। ਆਪਣੀ ਬਿਰਤੀ ਸਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜਨੀ, ਸਦਾ ਸਤਿਗੁਰੂ ਜੀ ਦੇ ਪਰਉਪਕਾਰਾਂ ਨੂੰ ਯਾਦ ਕਰਨਾ ਤੇ ਗਰੀਬ ਨਵਾਜ਼ ਸਤਿਗੁਰੂ ਦੀਆਂ ਬਖਸ਼ਿਸ਼ਾਂ ਰਹਿਮਤਾਂ ਸਦਾ ਹੀ ਰਹਿਣਗੀਆਂ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਰਹਿਤ ਮਰਿਆਦਾ ਦੀ ਪੋਥੀ ਸਾਹਿਬ ਇੱਥੋਂ ਆਪ ਜੀ ਨੂੰ ਮਿਲ ਜਾਵੇਗੀ। ਜਦੋਂ ਸਮਾਪਤੀ ਹੋਵੇਗੀ ਆਪ ਜੀ ਨੇ ਰਹਿਤ ਮਰਿਆਦਾ ਦੀ ਪੋਥੀ ਸਾਹਿਬ ਲੈ ਕਰਕੇ ਇਸ ਪ੍ਰਕਾਰ ਜਾਣੀ, ਕਿਉਂਕਿ ਉਸ ਨੂੰ ਪੜ੍ਹਨ ਦੇ ਨਾਲ ਵਿਸਥਾਰ ਸਹਿਤ ਆਪ ਜੀ ਨੂੰ ਪਤਾ ਲੱਗ ਸਕੇਗਾ। ਜੇ ਕਿਸੇ ਦਾ ਆਨੰਦ ਕਾਰਜ ਬੇਦੀ ਦੁਆਲੇ ਕੋਰਟ ਕਚਹਿਰੀ ਵਿੱਚ ਹੋਇਆ ਤਾਂ ਦੱਸ ਦਿਓ, ਗੁਰੂ ਸਾਹਿਬ ਦੀਆਂ ਪਰਿਕਰਮਾ ਕਰਨੀਆਂ ਜ਼ਰੂਰੀ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਰਹਿੰਦਾ ਤੇ ਨਹੀਂ ਠੀਕ ਅਰਦਾਸਾਂ ਸੋਹਣ ਸਾਧ ਸੰਗਤ ਜੀ, ਅਰਦਾਸ ਹੋਵੇਗੀ ਸਾਰੇ ਪਿਆਰ ਸ਼ਰਧਾ ਦੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਹਜ਼ੂਰੀ ਵਿੱਚ ਅਰਦਾਸ ਦੇ ਵਿੱਚ ਸ਼ਾਮਲ ਹੋਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।